दंडोत बंदन अनक बार, सर्व कला समरथ डोलन ते राखो प्रभु नानक दे कर हथ। याही कुल ते प्रगट होए ताही कुल को नाम, पुन दुआ दस गोरिंद को मेरी है प्रणाम। आओ बलिहारे जाओ बुरा दे, आओ बलिहारे जाओ, आओ बलिहारे जाओ, आओ बलिहारे जाओ, किए आओ बलिहारे सतगुर चरना, आओ बलिहारे सतगुर चरना, आओ बलिहारे सतगुर चरना, आओ बलिहारे सतगुर चरना, आओ बलिहारे सतगुर सतगुर चरना, आओ बलिहारी 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 सतगुर चरना, तन सोवेला चित दर्शन करना, तन सोवेला चित दर्शन करना, आओ बलिहारी सतगुर चरना, आओ बलिहारी आओ बलिहारी सतगुर चरना, 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 आओ बलिहारी
सो वेला जित दर्शन करना, तन सो वेला जित दर्शन करना। आओ बलिहारी सतगुर चरना, जिए के दाते प्रीतम प्रभु मेरे, जिए के दाते प्रीतम प्रभु मेरे। मन जीवे प्रभु नाम तेरे, मन जीवे प्रभु नाम तेरे, मन जीवे प्रभु नाम तेरे, मन जीवे आओ बलिहारी सतगुर चरना, आओ बलिहारी सतगुर चरना। जिए के दाते प्रीतम प्रभु मेरे, जिए के दाते प्रीतम प्रभु मेरे। मन जीवे प्रभु नाम तेरे, सच मंत्र तुम्हारा अमृत बाणी सच, अमृत तुम्हारा अमृत बाणी सच मंत्र। शीतल पुरख दृष्ट सुजानी, शीतल पुरख दृष्ट सुजानी। आओ बलिहारी सतगुर चरना, आओ बलिहारी सतगुर चरना। आओ बलिहारी सतगुर चरना, आओ बलिहारी सतगुर चरना। आओ बलिहारी सतगुर चरना, आओ बलिहारी सतगुर चरना, आओ बलिहारी सतगुर चरना, आओ बलिहारी आओ बलिहारी। सच मंत्र तुम्हारा अमृत बाणी, शीतल पुरख शीतल पुरख दृष्ट सुजानी। सच हुक्म तुम्हारा तखत निवासी, सच हुक्म तुम्हारा तखत निवासी सच। आए न जावा मेरा प्रभु अविनाशी, आए न जावा मेरा आओ बलिहारी सतगुर चरना, आओ बलिहारी सतगुर चरना। आओ बलिहारी सत
बलिहारी सतगुर चरना कौन बलिहारी सतगुर चरना कौन बलिहारी सतगुर चरना कौन बलिहारी सच हुक्म तुम्हारा तख्त निवासी सच हुक्म तुम्हारा तख्त निवासी सच्चे तेरे खंड सच्चे तेरे खंड सच्चे ब्रह्मंड सच्चे तेरे लो सच्चे कार सच्चे तेरे करने सर्व विचार सच्चा तेरा हुक्म सच्चा तेरा अमर सच्चा दीवान सच्चा तेरा हुक्म सच्चा फरमान सच हुक्म तुम्हारा तख्त निवासी आए न जावे मेरा प्रभु अविनाशी आए न जावे मेरा प्रभु अविनाशी तुम मेहरबान दास हम दीना नानक साहेब भरपुर लीना नानक साहेब भरपुर लीना औ बलिहारी सतगुर चरना औ बलिहारी सतगुर चरना बलिहारी सतगुर चरना बलिहारी सतगुर चरना बलिहारी सतगुर चरना बलिहारी सतगुਰਾਂ ਦੇ ਪਵਿੱਤਰ ਅਤੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਪਰਮ ਸਤਿਕਾਰਯੋਗ ਸਤ ਸੰਗੀਓ ਆਓ ਜਿੰਨੇ ਵੀ ਇੱਥੇ ਮਾਈ ਭਾਈ ਸਾਧ ਸੰਗਤ ਦੇ ਰੂਪ ਵਿੱਚ ਬੈਠੇ ਨੇ ਆਪਣੀ ਮਨ ਬਿਰਤੀ ਨੂੰ ਇਕਾਗਰ ਕਰੀਏ ਰਸਨਾ ਨੂੰ ਪਵਿੱਤਰ ਕਰੀਏ ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਇੱਕ ਵਾਰੀ ਫੇਰ ਸਾਰਿਆਂ ਨੇ ਕਿਰਪਾ ਕਰਨੀ ਹੈ ਉਹਨਾਂ ਸਤਿਗੁਰਾਂ ਨੂੰ ਅਸਾਂ ਯਾਦ ਕਰਨਾ ਵੀ ਜਿਨ੍ਹਾਂ ਦੀ ਦਰਸ਼ਨਾਂ ਦੀ ਬਾਬਤ ਅਸੀਂ ਸਾਰੇ ਪ੍ਰਯੋਜਨ ਕਰ ਰਹੇ ਹਾਂ।
ਨਾਮਧਾਰੀ ਪੰਥ, ਨਾਮਧਾਰੀ ਦਰਬਾਰ, ਜਿੰਨੇ ਵੀ ਇਹ ਭਜਨ ਕੀਰਤਨ ਵਰਨੀਆਂ ਜਾਂ ਪਾਠ ਹੁੰਦੇ ਨੇ, ਸਾਰੇ ਉਹਨਾਂ ਸਤਿਗੁਰਾਂ ਦੇ ਦਰਸ਼ਨਾਂ ਦੇ ਨਿਮਿਤ ਹੁੰਦੇ ਨੇ। ਤੋ ਆਓ ਉਹਨਾਂ ਦੇ ਦਰਸ਼ਨ ਜਲਦੀ ਹੋਣ, ਮਨ ਹਿਰਦੇ ਵਿੱਚ ਵਸਾਈਏ, ਚਰਨਾਂ ਤੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਤੇ ਆਓ ਹੁਣ ਜਿਨ੍ਹਾਂ ਦਾ ਅਸੀਂ ਅਥਾਹ ਦਰਸ਼ਨ ਕੀਤਾ ਰੱਜ ਕੇ 54 ਸਾਲ, ਉਹਨਾਂ ਸਤਿਗੁਰਾਂ ਨੂੰ ਵੀ ਆਪਣੇ ਹਿਰਦੇ ਵਿੱਚ ਵਸਾਈਏ, ਚਰਨਾਂ ਤੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਤੇ ਆਪਾਂ ਹੁਣ ਇਹ ਸਾਰੇ ਕੀਤੇ ਹੋਏ ਕਾਰਜਾਂ ਨੂੰ ਸਫਲ ਕਰਾਉਣਾ ਹੈ। ਇਹ ਕਾਰਜ ਕਿਸ ਤਰ੍ਹਾਂ ਸਫਲ ਹੁੰਦੇ ਨੇ? ਇਹ ਕਾਰਜ ਤਾਂ ਹੀ ਸਫਲ ਹੁੰਦੇ ਨੇ ਜੇ ਸਮੇਂ ਦੇ ਮਾਲਕ ਦੀ ਮੋਹਰ ਲੱਗੇ ਉਹਨਾਂ ਕਾਰਜਾਂ 'ਤੇ, ਸਮੇਂ ਦੇ ਸਤਿਗੁਰ ਦੀ ਮੋਹਰ ਲੱਗੇ ਇਹਨਾਂ ਕਾਰਜਾਂ 'ਤੇ, ਤਾਂ ਫਿਰ ਮਨੁੱਖ ਦਾ ਇਹ ਕਾਰਜ ਸਫਲ ਹੁੰਦਾ ਵੇਖਿਆ ਗਿਆ। ਜਦੋਂ ਮਨੁੱਖ ਦਾ ਕਾਰਜ ਸਫਲ ਹੁੰਦਾ ਵੇਖਿਆ ਗਿਆ ਤਾਂ ਫਿਰ ਮਨੁੱਖ ਦਾ ਜੀਵਨ ਵੀ ਉੱਥੇ ਸਫਲ ਹੁੰਦਾ ਵੇਖਿਆ ਗਿਆ। ਆਓ ਆਪਣੇ ਇਹਨਾਂ ਕਾਰਜਾਂ ਨੂੰ ਸਫਲ ਕਰਾਈਏ, ਨਾਲੇ ਇਸ ਮਨੁੱਖੀ ਜਨਮ ਨੂੰ ਸਫਲ ਕਰਾਈਏ, ਸਮੇਂ ਦੇ ਮਾਲਕ ਨੂੰ ਯਾਦ ਕਰੀਏ। ਇੱਕ ਵਾਰੀ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੱਜ ਸਾਧ ਸੰਗਤ ਦੇ ਰੂਪ ਵਿੱਚ ਹਫ਼ਤਾਵਾਰੀ ਸਮਾਗਮ ਹੋ ਰਿਹਾ। ਸਾਧ ਸੰਗਤ ਜੁੜ ਕੇ ਨਾਮ ਸਿਮਰਨ ਕਰਨ ਡਈਏ, ਭਜਨ ਬੰਦਗੀ ਹੋ ਰਹੀ ਹੈ, ਕੀਰਤਨ ਹੋ ਰਿਹਾ। ਬੜਾ ਉੱਚਾ ਤੇ ਸੁੱਚਾ ਇਹ ਕਰਮ ਦੱਸਿਆ ਗਿਆ ਗੁਰਬਾਣੀ ਅਨੁਸਾਰ, ਗੁਰਸਿੱਖੀ ਸਮਾਜ ਅਨੁਸਾਰ ਇਹ ਸਭ ਤੋਂ ਉੱਚਾ ਤੇ ਸੁੱਚਾ ਕਰਮ ਧਰਮ ਦੱਸਿਆ ਗਿਆ ਹੈ। ਜਿਹੜੇ ਵੀ ਗੁਰਸਿੱਖ ਇੱਥੋਂ ਤੱਕ ਪਹੁੰਚਦੇ ਨੇ, ਸੱਚੇ ਪਾਤਸ਼ਾਹ ਆਂਦੇ ਨੇ ਵੀ ਵੱਡੇ ਭਾਗ ਨੇ ਜਿਹੜੇ ਇੱਥੋਂ ਤੱਕ ਆਣ ਕੇ ਪਹੁੰਚਦੇ ਨੇ, ਨਾਲ ਨਾਮ ਸਿਮਰਨ ਕਰਦੇ ਨੇ, ਭਜਨ ਬੰਦਗੀ ਕਰਦੇ ਨੇ, ਸਤਿਗੁਰ ਦਾ ਹਰ ਜੜ ਸੁਣਦੇ ਨੇ, ਕਰਦੇ ਨੇ। ਸੱਚੇ ਪਾਤਸ਼ਾਹ ਆਂਦੇ ਨੇ ਬਈ ਸਵਾਸ ਸਵਾਸ ਨਾਮ ਜਪਣਾ, ਹੁਕਮ ਇਹੋ ਹੀ ਹੈ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਆਪਣੇ ਉਪਦੇਸ਼ਾਂ 'ਚ ਦੱਸਦੇ ਨੇ, ਕਹਿੰਦੇ ਨੇ ਵੀ ਕਿਸੇ ਕਵੀ ਨੇ ਲਿਖਿਆ ਵੀ ਸਵਾਸ ਸਵਾਸ ਹਰ ਨਾਮ ਜਪ, ਬ੍ਰਿਥਾ ਸਵਾਸ ਮਤ ਖੋਏ, ਕਿਆ ਜਾਣਾ ਜੋ ਅੰਤ ਕਾ ਇਹੀ ਸਵਾਸ ਨਾ ਹੋਏ। ਪਤਾ ਨਹੀਂ ਲੱਗਦਾ ਕਿਸੇ ਘੜੀ ਦਾ ਵੀ ਕਿਹੜਾ ਸਵਾਸ ਜਿਹੜਾ ਆਖਰੀ ਹੋ ਜਾਣਾ ਹੈ। ਸੋ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹਮੇਸ਼ਾ ਹੀ ਹੁਕਮ ਕਰਦੇ ਰਹਿੰਦੇ ਨੇ ਵੀ ਆਪਣੇ ਕਾਰਜਾਂ ਨੂੰ ਸਫਲ ਕਰਾਓ, ਮਨੁੱਖੀ ਜਨਮ ਨੂੰ ਸਫਲ ਕਰਾਓ। ਸਵਾਸ ਸਵਾਸ ਮਨੁੱਖ ਨੂੰ ਨਾਮ ਜਪਣ ਦਾ ਉਪਦੇਸ਼ ਦਿੰਦੇ ਨੇ, ਜਿਹਦੇ ਨਾਲ ਮਨੁੱਖ ਦਾ ਜੀਵਨ ਜਿਹੜਾ ਉਹ ਸਫਲ ਹੋਵੇ। ਬਾਰ-ਬਾਰ ਨਾ ਇਸ 84 ਦੇ ਗੇੜ ਵਿੱਚ ਇਨਸਾਨ ਘੁੰਮਦਾ ਰਹੇ, ਕਿਉਂਕਿ ਸਭ ਤੋਂ ਉੱਤਮ ਜੋਨ ਜਿਹੜੀ ਉਹ ਮਨੁੱਖੀ ਜਨਮ ਹੀ ਦੱਸਿਆ ਗਿਆ। ਔਰ ਇਹਦੇ ਵਿੱਚ ਬੈਠ ਕੇ ਹੀ ਮਨੁੱਖ ਜਿਹੜਾ ਉਹ ਭਜਨ ਕਰ ਸਕਦਾ ਹੈ, ਕਿਤੇ ਜਾਨਵਰ ਨਹੀਂ, ਕਿਤੇ ਗੁਰਦੁਆਰਿਆਂ 'ਚ ਜਾ ਕੇ ਭਜਨ ਕਰਦੇ। ਇਹ ਮਨੁੱਖੀ ਜਨਮ ਨੂੰ ਹੀ ਇਹ ਭਾਗ ਪ੍ਰਾਪਤ ਹੋਏ ਨੇ। ਸੋ ਆਪ ਬੜੇ ਭਾਗਾਂ ਵਾਲੇ ਹੋ, ਇੱਥੋਂ ਤੱਕ ਪਹੁੰਚੇ ਹੋ, ਆਣ ਕੇ ਗੁਰੂ ਦਾ ਹਰ ਜਸ ਸੁਣ ਰਹੇ ਹੋ, ਨਾਮ ਸਿਮਰਨ ਹੋ ਰਿਹਾ। ਕਿਰਪਾ ਕਰਕੇ ਜਿੰਨੀ ਦੇਰ ਵੀ ਇੱਥੇ ਬਹਿਣਾ, ਰਸਨਾ ਨਾਲ ਨਾਮ ਸਿਮਰਨ ਕਰੀਏ ਅਤੇ ਕੰਨਾਂ ਨਾਲ ਗੁਰੂ ਦਾ ਹਰ ਜਸ ਸੁਣੀਏ ਬੈਠ ਕੇ। ਇਹਦੇ ਨਾਲ ਹੀ ਸਾਡਾ ਜਿਹੜਾ ਜਨਮ ਸਫਲਾ ਹੋਣਾ। ਸੋ ਸਤਿਗੁਰ ਤੇ ਹਮੇਸ਼ਾ ਹੀ ਇਹਨਾਂ ਸਫਲ ਜਨਮਾਂ ਵਾਸਤੇ ਮਨੁੱਖ ਨੂੰ ਕੋਈ ਨਾ ਕੋਈ ਉਪਦੇਸ਼ ਦਿੰਦਾ ਹੀ ਆਇਆ ਸਮੇਂ ਦੇ ਅਨੁਸਾਰ, ਕਿਉਂਕਿ ਉਹ ਬੜੀ ਮਹਾਨ ਹਸਤੀ ਸੰਸਾਰ ਦੇ ਵਿੱਚ ਮੰਨੀ ਗਈ ਹੈ, ਬੜੀ ਮਹਾਨ ਸ਼ਕਤੀ ਸੰਸਾਰ ਦੇ ਵਿੱਚ ਮੰਨੀ ਗਈ ਹੈ ਸਤਿਗੁਰ। ਇਹਦੇ ਵਰਗਾ ਕੋਈ ਮਹਾਨ ਨਹੀਂ, ਇਹਦੇ ਵਰਗਾ ਕੋਈ ਸ਼ਕਤੀਵਾਨ ਨਹੀਂ, ਕਿਉਂਕਿ ਇਹਦੇ ਵਿੱਚ ਬੜੀਆਂ ਵਡਿਆਈਆਂ ਤੇ ਬੜੇ ਗੁਣ ਭਰੇ ਹੋਏ ਨੇ ਸਤਿਗੁਰ ਦੇ ਵਿੱਚ। ਸਤਿਗੁਰ ਕੀ ਕਰਦਾ ਹੈ? ਆਣ ਕੇ ਜਿਹੜੇ ਮਨੁੱਖ ਦੇ ਜਿਹੜੇ ਬੁਰੇ ਗੁਣ ਨੇ, ਅਵਗੁਣ ਜਿਹੜੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਆਪਣੇ ਦੇਵੀ ਗੁਣ ਦੇ ਕੇ ਤੇ ਉਹਨਾਂ ਦੀਆਂ ਜਿਹੜੀਆਂ ਬੁਰਾਈਆਂ ਦਾ ਖਾਤਮਾ ਕਰਦਾ ਸਤਿਗੁਰ। ਤੇ ਮਨੁੱਖ ਨੂੰ ਉਪਦੇਸ਼ ਦਿੰਦਾ ਵੀ ਜਨਮ ਸਫਲਾ ਤੇਰਾ ਹੋ ਜਾਏ, ਇਹ ਨਾਮ ਜਿਹੜਾ ਸਵਾਸ ਸਵਾਸ ਜਪਣਾ।
ਇਹ ਹਮੇਸ਼ਾ ਹੀ ਸਤਿਗੁਰੂ ਯਤਨ ਕਰਦੇ ਆਏ ਨੇ। ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਵੀ ਇਹੀ ਯਤਨ ਕਰਦੇ ਪਏ ਨੇ, ਜਿਸ ਤਰ੍ਹਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਯਤਨ ਕਰਦੇ ਸਨ। ਸੋ ਸਤਿਗੁਰੂ ਜਿਹੜਾ ਹੈ ਉਹ ਮਹਾਨ ਸ਼ਕਤੀ ਇਸ ਸੰਸਾਰ ਵਿੱਚ ਮੰਨੀ ਗਈ ਹੈ, ਮਹਾਨ ਹਸਤੀ ਮੰਨੀ ਗਈ ਹੈ। ਜਿਹੜਾ ਵੀ ਇਹਦੇ ਨਾਲ ਜੁੜਦਾ, ਜਿਹੜਾ ਵੀ ਇਹਦੀ ਸ਼ਰਨ 'ਚ ਆਉਂਦਾ, ਉਹ ਜੁੜ ਕੇ ਤੇ ਫਿਰ ਉਹ ਵੀ ਆਪਣਾ ਜਨਮ ਸਫਲਾ ਕਰਕੇ ਮਹਾਨ ਹੋ ਜਾਂਦਾ। ਸਤਿਗੁਰਾਂ ਦੀ ਚਰਨਾਂ ਦੀ ਬਾਬਤ ਕੁਝ ਅਰਜ਼ ਬੇਨਤੀਆਂ ਅੱਜ ਕਰਨੀਆਂ ਵੀ ਗੁਰੂ ਚਰਨਾਂ ਦੀ ਕੀ ਮਹਾਨਤਾ ਹੁੰਦੀ ਹੈ। ਗੁਰਚਰਨਾਂ ਦੇ ਨਾਲ ਜਿਹੜਾ ਵੀ ਅੱਜ ਤੱਕ ਕੋਈ ਜੁੜਿਆ ਜਾਂ ਗੁਰਚਰਨਾਂ ਨੂੰ ਜਿੰਨਾ ਵੀ ਮਨ ਹਿਰਦੇ ਵਿੱਚ ਪਰਸਿਆ, ਉਹ ਹਮੇਸ਼ਾ ਇਸ ਸੰਸਾਰ ਤੋਂ ਉੱਚੇ ਤੇ ਸੁੱਚੇ ਵੇਖੇ ਗਏ ਨੇ। ਉਹਨਾਂ ਦਾ ਜੀਵਨ ਜਿਹੜਾ ਬਦਲਿਆ ਹੋਇਆ ਵੇਖਿਆ ਗਿਆ ਵੀ ਜਦੋਂ ਵੀ ਸਤਿਗੁਰ ਦੀ ਸ਼ਰਨ 'ਚ ਆਏ ਨੇ। ਭਾਈ ਗੁਰਦਾਸ ਜੀ ਇਸ ਬਾਬਤ ਦੱਸਦੇ ਨੇ, ਕਹਿੰਦੇ ਨੇ ਤਨ ਤਨ ਸਤਿਗੁਰ ਪੁਰਖ, ਤਨ ਤਨ ਸਤਿਗੁਰ ਪੁਰਖ, ਨਿਰੰਕਾਰ ਆਕਾਰ ਬਣਾਇਆ। ਸਤਿਗੁਰ ਜਿਹੜਾ ਉਹ ਆਪ ਨਾਰਾਇਣ, ਜਿਹੜਾ ਨਿਰੰਕਾਰ, ਜਿਹੜਾ ਆਪ ਦੇਹ ਧਾਰ ਕੇ ਤੇ ਸਤਿਗੁਰ ਦੇ ਰੂਪ ਵਿੱਚ ਆਇਆ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਪ ਨਿਰੰਕਾਰ ਸਤਿਗੁਰ ਦਾ ਰੂਪ ਧਾਰਨ ਕਰਕੇ ਇਸ ਸੰਸਾਰ ਦੇ ਵਿੱਚ ਆਇਆ। ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਧੰਨ ਧੰਨ ਸਤਿਗੁਰ ਸਿੱਖ, ਧੰਨ ਧੰਨ ਸਤਿਗੁਰ ਸਿੱਖ, ਸੁਣ ਚਰਨ ਸਰਨ ਗੁਰ ਸਿੱਖ ਜੋ ਆਇਆ। ਧੰਨ ਧੰਨ ਸਤਿਗੁਰ ਸਿੱਖ, ਸੁਣ ਚਰਨ ਸਰਨ ਗੁਰ ਸਿੱਖ ਜੋ ਆਇਆ। ਜਿਹੜੇ ਵੀ ਗੁਰਮੁਖ ਪਿਆਰੇ ਸਤਿਗੁਰ ਦੀ ਸ਼ਰਨ 'ਚ ਆਉਂਦੇ ਨੇ, ਆਣ ਕੇ ਆਪਣਾ ਜਨਮ ਸਫਲਾ ਕਰਦੇ ਨੇ, ਉਹਨਾਂ ਨੂੰ ਭਾਈ ਗੁਰਦਾਸ ਜੀ ਧੰਨ ਆਖਦੇ ਨੇ। ਜਿੱਥੇ ਉਹਨਾਂ ਨੇ ਧੰਨ ਧੰਨ ਸਤਿਗੁਰ ਪੁਰਖ ਨਿਰੰਕਾਰ ਆਕਾਰ ਬਣਾਇਆ, ਸਤਿਗੁਰ ਨੂੰ ਧੰਨ ਆਖਿਆ ਵੀ ਉਹ ਪੁਰਖ ਰੂਪ ਧਾਰ ਕੇ ਤਾਂ ਫਿਰ ਇਹ ਸੰਸਾਰ ਦੇ ਵਿੱਚ ਆਣ ਕੇ ਕੀ ਕੀਤਾ ਉਹਨੇ। ਜਿਹੜੇ ਵੀ ਪੁਰਬਲੇ ਜਨਮਾਂ ਦੇ ਭਟਕੇ ਹੋਏ ਸਨ, ਉਹਨਾਂ ਨੂੰ ਇਸ ਜਨਮ ਦੇ ਵਿੱਚ ਮਿਲਾ ਕੇ ਤੇ ਫਿਰ ਉਹਨਾਂ ਦਾ ਪਾਰ ਉਤਾਰਾ ਕੀਤਾ। ਸੋ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਤਨ ਤਨ ਸਤਿਗੁਰ ਚਰਨ, ਤਨ ਮਸਤਕ ਗੁਰ ਚਰਨੀ ਲਾਇਆ। ਸਤਿਗੁਰ ਦਰਸ਼ਨ ਧਨ ਹੈ, ਸਤਿਗੁਰ ਦਰਸ਼ਨ ਧਨ ਹੈ, ਧਨ ਧਨ ਗੁਰ ਸਿੱਖ ਪਰਸਨ ਆਇਆ। ਧੰਨ ਧੰਨ ਸਤਿਗੁਰ ਚਰਨ, ਧਨ ਮਸਤਕ ਗੁਰ ਚਰਨੀ ਲਾਇਆ। ਜਿਨ੍ਹਾਂ ਨੇ ਵੀ ਆਣ ਕੇ ਆਪਣਾ ਮਸਤਕ ਗੁਰ ਚਰਨਾਂ 'ਤੇ ਰੱਖਿਆ, ਉਸ ਗੁਰ ਚਰਨਾਂ ਦੀ ਧੂੜ ਜਿਹੜੀ ਆਪਣੇ ਮਸਤਕ 'ਤੇ ਲਾਈ ਏ, ਉਹਨਾਂ ਦਾ ਜੀਵਨ ਪਲਟਿਆ ਹੋਇਆ ਵੇਖਿਆ ਗਿਆ ਸੰਸਾਰ ਦੇ ਵਿੱਚ। ਉਹਨਾਂ ਦਾ ਜੀਵਨ ਬਦਲਿਆ ਹੋਇਆ ਵੇਖਿਆ ਗਿਆ ਸੰਸਾਰ ਦੇ ਵਿੱਚ। ਸੰਸਾਰ ਤੋਂ ਇੱਕ ਵੱਖਰਾ ਜੀਵਨ ਉਹਨਾਂ ਦਾ ਨਜ਼ਰ ਆਇਆ, ਉੱਚਾ ਅਤੇ ਸੁੱਚਾ। ਕਿਉਂ ਵੱਖਰਾ ਨਜ਼ਰ ਆਉਂਦਾ ਹੈ? ਕਿਉਂਕਿ ਸਤਿਗੁਰਾਂ ਦੇ ਸ਼ਰਨ 'ਚ ਜਾ ਕੇ ਜਿੱਥੇ ਸਤਿਗੁਰ ਧੰਨ ਮੰਨਿਆ ਗਿਆ ਹੈ, ਉੱਥੇ ਸਿੱਖ ਵੀ ਜਦੋਂ ਜਾ ਕੇ ਸਤਿਗੁਰ ਦੇ ਚਰਨਾਂ ਦੀ ਧੂੜ ਆਪਣੇ ਮੱਥੇ 'ਤੇ ਲਾਉਂਦਾ ਤੇ ਉਹ ਵੀ ਫਿਰ ਧੰਨ ਮੰਨਿਆ ਗਿਆ ਸਤਿਗੁਰ ਦੇ ਨਾਲ ਜੁੜ ਕੇ। ਜਿੱਥੇ ਜਿੱਥੇ ਵੀ ਸਤਿਗੁਰ ਨੂੰ ਯਾਦ ਕੀਤਾ ਜਾਵੇਗਾ, ਉਸ ਸਿੱਖ ਦਾ ਵੀ ਇੱਕ ਇਤਿਹਾਸ ਫਿਰ ਬਣ ਜਾਵੇਗਾ। ਹਮੇਸ਼ਾ ਉਹਨੂੰ ਯਾਦ ਕੀਤਾ ਜਾਵੇਗਾ। ਜਿਹੜੇ ਵੱਖਰੇ ਜਿਹੜੇ ਹੁੰਦੇ ਨੇ ਨਾ ਸਤਿਗੁਰਾਂ ਦੀ ਕਿਰਪਾ ਦੇ ਨਾਲ, ਉੱਚੇ ਤੇ ਸੁੱਚੇ, ਉਹ ਬਹੁਤ ਥੋੜ੍ਹੇ ਸੰਸਾਰ 'ਚ ਵੇਖੇ ਗਏ ਨੇ। ਆ ਭਗਤਾਂ ਦਾ ਜ਼ਿਕਰ ਕਰ ਲਈਏ
किन्ने कुछ भगत ने, भगत नामदेव, भगत कबीर ते भगत फकीर ते होर भगत रविदास उंगलों ते गिने जा सकते हैं। भाव बहुत घट तादाद इन्हां दी, बहुत थोड़े ने। जिन्ने कीर्तन करने वाले ने, जिन्ने रागी ने, जिन्ने जथेदार ने, बहुत थोड़े वेखण च नज़र आते हैं, कोई तादाद इन्हां दी ज़्यादा नहीं है। भाई गुरदास जी कहते हैं जिन्हां दा भी मस्तक सतगुरां दे चरनां ते जाके झुक जाता है, उन्हां दा स्पर्श कर लैंदा है, उन्हां दे चरनां दी चरण धूड़ जिहड़ी मस्तक नूं लग जाती है, उन्हां दा फिर जीवन वखरा हुंदा वेखिया गया। वो सिख फिर धन मन्ने गए ने, क्योंकि गुरचरनां दी महानता बड़ी दसी गई है। जिथे गुरचरनां च जांदा जिहड़ा वो सिख महान हो जाता है, उत्थे सतगुर दे दर्शन करके भी सिख जिहड़ा वो महान हुंदा वेखिया गया। सतगुर दर्शन धन है, धन धन गुरसिख परसण आया। भावें असीं सतगुर दे दर्शन कर लीए धन भी तां भी धन हो जाइदा है, भावें उन्हां दे चरण परस लईए, उन्हां दे चरनां दी धूड़ अपने मस्तक ते ला लीए ते तां भी धन हो जाता है। भाव जीवन जिहड़ा वो सतगुर दे नाल ही जुड़ के धन हो सकता है इंसान दा, मनुख दा। सो गुरचरनां दी बड़ी महानता आई है गुरबाणी दे विच भी। बे गुरचरनां दे नाल जिहड़ा भी कोई जुड़िया, गुरचरनां दी धूड़ जिन्हें भी मस्तक च लाई है, उहदा जीवन फिर वखरा हुंदा वेखिया गया, उच्चा ते सुच्चा हुंदा वेखिया गया समाज च। सतगुरु अर्जन देव सच्चे पातशाह एक बारी अमृतसर दरबार साहिब बैठे बाणी का उच्चारण करन डे सन। बाणी का उच्चारण करते करते सतगुरु अर्जन देव सच्चे पातशाह अमृतसर दरबार साहिब नूं मुखाबत करके आख्या बई ऐ अमृतसर साहिब, ऐ दरबार सर साहिब, तेरे वर्गा संसार विच कोई दूजा नहीं है, तेरे बराबर कोई संसार दे विच कोई है ही नहीं है। सतगुरु गुरबाणी च इस बाबत एक पाठ भी आया है, कहंदे ने डिठे सबे थाम नहीं तुद जिहा, सतगुरु अर्जन देव सच्चे पातशाह आंदे ने बई मैं बड़े थां वेख लए ने, बड़े धार्मिक स्थानां नूं मैं वेख्या, पर तेरे वर्गा स्थान मैं अज तक नहीं वेख्या। अमृतसर दरबार साहिब नूं मुखाबत होके कह रहे ने। फिर अगे कहंदे ने बद्धो पुरख विधाते तां तू सोहया, फिर नाले भी आंदे ने बई तू एडा सोहना लगदा है, एडा महान लगदा है, क्योंकि तेरे वर्गा संसार विच कोई दूजा है ही नहीं। क्यों नहीं है दूजा तेरे संसार विच, क्यों एडा वधिया तू लगना है? सतगुरु अर्जन देव सच्चे पातशाह आंदे ने क्योंकि इत्थे सतगुरु रामदास सच्चे पातशाह जी दे चरण पए ने, उन्हां दे चरण पए ने, तां कहंदे ने भी बद्धो पुरख विधाते तां तू सोहया, तां तू सोहना लगदा संसार दे विच। चरनां दी बाबत सतगुरु जी आंदे ने बई सतगुरु रामदास सच्चे पातशाह जी दे चरण पए ने, तां संसार दे विच तेरे बराबर इस वक्त कोई भी नहीं हैगा, तेरे वर्गा कोई संसार दे विच सोहना है ही नहीं। सो चरनां दी महानता जिहड़ी है वो गुरबाणी च बड़े प्रमाण आए ने। एक बारी भगत नामदेव जी गोकुल दे विच मंदिरां दे दर्शन करन आए सन। मंदिरां दे दर्शन करते पए ने, हुण महाराज कृष्ण जी की मूर्ति सामने जदों उन्हां वेखी मंदिर दे विच लगी ते हत्थ विच फिर बांसुरी फड़ी वेखी तो फिर मन मुग्ध हो गया। उत्थे वो महाराज कृष्ण जी का अवतार जिहड़ा उन्होंने याद आ गया भी बंसरी हत्थ च फड़ी है, सामने प्रतੱਖ उन्हां दा दर्शन करन दिया। भगत नामदेव जी उत्थे फिर उन्होंने दर्शन करदियां होया फिर बाणी उचारण कीती है, क्योंकि बड़े
ਸ਼੍ਰੋਮਣੀ ਭਗਤ ਹੋਏ ਨੇ ਵੀ ਇਹਨਾਂ ਦੀ ਵੀ ਬਾਣੀਆਂ ਜਿਹੜੀਆਂ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰਬਾਣੀ ਦਾ ਦਰਜਾ ਦਿੱਤਾ ਉਹਨਾਂ ਨੂੰ ਦਰਬਾਰ ਸਾਹਿਬ ਦੇ ਵਿੱਚ। ਭਗਤ ਨਾਮਦੇਵ ਜੀ ਹੁਣ ਉੱਥੇ ਮਹਾਰਾਜ ਕ੍ਰਿਸ਼ਨ ਜੀ ਦੀ ਜਦੋਂ ਮੂਰਤੀ ਉੱਥੇ ਵੇਖੀ, ਉਹਨਾਂ ਦੇ ਦਰਸ਼ਨ ਕੀਤੇ, ਉਸ ਅਵਤਾਰ ਦੇ ਹੱਥ ਵਿੱਚ ਬਾਂਸੁਰੀ ਫੜੀ, ਤਾਂ ਫਿਰ ਮਨ ਜਿਹੜਾ ਬੜਾ ਉਹ ਆਨੰਦਮਈ ਹੋਇਆ ਉਹਨਾਂ ਸਮਿਆਂ ਦੇ ਵਿੱਚ। ਉੱਥੇ ਬਾਣੀ ਫਿਰ ਉਹਨਾਂ ਨੇ ਉਚਾਰਨ ਕੀਤੀ। ਉਹਨਾਂ ਨੇ ਕੀ ਕਹਿੰਦੇ ਸਨ? ਤਨ ਤਨ ਓ ਰਾਮ ਬੈਣ ਬਾਜੇ, ਕਹਿੰਦੇ ਨੇ ਤਨ ਤਨ ਓ ਰਾਮ ਬੈਣ ਬਾਜੇ। ਭਗਤ ਨਾਮਦੇਵ ਹੁਣ ਉਹ ਬਾਂਸਰੀ ਨੂੰ ਮੁਖਾਬਤ ਕਰਦਿਆਂ ਹੋਇਆ ਉਹਦੀ ਸਿਫਤ ਕਰਦੇ ਪਏ ਨੇ। ਕਹਿੰਦੇ ਨੇ ਵੀ ਤੇਰੀ ਬੜੀ ਕਿਸਮਤ ਵਧੀਆ, ਧੰਨ ਏ ਤੂੰ ਬਾਂਸਰੀ ਬਈ ਜਿਹੜੀ ਮਹਾਰਾਜ ਕ੍ਰਿਸ਼ਨ ਜੀ ਦੇ ਹੱਥਾਂ ਨਾਲ ਸਪਰਸ਼ ਕਰਨ ਡਈ ਹੈ, ਮਹਾਰਾਜ ਕ੍ਰਿਸ਼ਨ ਜੀ ਦੇ ਬੁੱਲ੍ਹਾਂ ਨਾਲ ਸਪਰਸ਼ ਕਰਨ ਡਈ ਹੈ। ਤੇਰੀ ਕਿਸਮਤ ਬਹੁਤ ਵਧੀਆ ਹੈ, ਤੂੰ ਧੰਤਾਂ ਦੇ ਯੋਗ ਹੈ। ਧੰਨ ਧੰਨ ਉਹ ਰਾਮ ਬੇਣ ਬਾਜੇ। ਫਿਰ ਅੱਗੇ ਕਹਿੰਦੇ ਨੇ ਮਧੁਰ ਮਧੁਰ ਧੁਨ ਅਣਹਦ ਗਾਜੇ। ਫਿਰ ਜਦੋਂ ਉਸ ਬੰਸਰੀ ਦਾ ਮਹਾਰਾਜ ਕ੍ਰਿਸ਼ਨ ਜੀ ਦੇ ਬੁੱਲ੍ਹਾਂ ਨਾਲ ਸਪਰਸ਼ ਹੋਇਆ ਤੇ ਫਿਰ ਕੀ ਹੋਇਆ? ਫਿਰ ਮਧੁਰ ਮਧੁਰ ਧੁਨ ਅਣਹਦ ਗਾਜੇ। ਤੇ ਫਿਰ ਉਹਦੇ ਤੋਂ ਮਸਤਾਨੀ ਬਿਰਤੀ ਕਰਨ ਵਾਲੇ ਫਿਰ ਉਹ ਰਾਗ ਜਿਹੜੇ ਨੇ ਮਹਾਰਾਜ ਕ੍ਰਿਸ਼ਨ ਜੀ ਨੇ ਉਚਾਰਨ ਕੀਤੇ ਨੇ। ਭਾਵ ਕਹਿਣ ਦਾ ਭਗਤ ਨਾਮਦੇਵ ਜੀ ਕਹਿੰਦੇ ਨੇ ਵੀ ਬਾਂਸਰੀ ਜਿਹੜੀ ਇਹ ਬੜੀ ਧੰਤਾ ਦੇ ਯੋਗ ਹੈ। ਧੰਨ ਆਖਿਆ ਗਿਆ ਉਸ ਬਾਂਸਰੀ ਨੂੰ ਕਿਉਂਕਿ ਮਹਾਰਾਜ ਕ੍ਰਿਸ਼ਨ ਜੀ ਦਾ ਉਹਦਾ ਸਪਰਸ਼ ਹੋਇਆ ਉਸ ਦੇ ਨਾਲ। ਫਿਰ ਅੱਗੇ ਕਹਿੰਦੇ ਨੇ ਤਨ ਤਨ ਮੇਘਾ ਰੁਮਾਵਲੀ, ਤਨ ਤਨ ਕ੍ਰਿਸ਼ਨ ਓਡਾ ਕਾਂਬਲੀ। ਫਿਰ ਕਹਿੰਦੇ ਨੇ ਧੰਨ ਧੰਨ ਮੇਘਾ ਰੁਮਾਵਲੀ, ਧੰਨ ਧੰਨ ਕ੍ਰਿਸ਼ਨ ਓਡਾ ਕਾਮਲੀ। ਹੁਣ ਇੱਥੇ ਭੇਡਾਂ ਨੂੰ ਵੀ ਭਗਤ ਨਾਮਦੇਵ ਜੀ ਜਿਹੜੇ ਨੇ ਉਹ ਬੜੇ ਧੰਤਾ ਦਾ ਯੋਗ ਮੰਨਦੇ ਪਏ ਨੇ। ਆਂਦੇ ਪਏ ਨੇ ਭੇਡੂਆਂ ਨੂੰ ਬਈ ਤੁਸੀਂ ਵੀ ਧੰਨ ਹੋ, ਤੁਹਾਡੀ ਜਿਹੜੀ ਰੋਮਾਂ ਦੇ ਨਾਲ ਜਿਹੜੀ ਕੰਬਲ ਬਣਿਆ ਨਾ, ਜਿਹੜੀ ਕੰਬਲੀ ਬਣੀ ਉਹ ਮਹਾਰਾਜ ਕ੍ਰਿਸ਼ਨ ਜੀ ਆਪਣੇ ਉੱਤੇ ਓੜਦੇ ਨੇ। ਭਾਵ ਉਹਨੂੰ ਵੀ ਸਪਰਸ਼ ਕੀਤਾ ਹੈ ਮਹਾਰਾਜ ਕ੍ਰਿਸ਼ਨ ਜੀ ਨੇ। ਤਾਂ ਭਗਤ ਨਾਮਦੇਵ ਜੀ ਕਹਿੰਦੇ ਨੇ ਵੀ ਭੇਡੂਆਂ ਨੂੰ ਵੀ ਤੁਸੀਂ ਵੀ ਧੰਨ ਹੋ ਗਏ ਹੋ ਇਸ ਸੰਸਾਰ ਦੇ ਵਿੱਚ, ਕਿਉਂਕਿ ਤੁਹਾਡੀ ਰੋਮਾਂ ਦੀ ਬਣਾਈ ਹੋਈ ਕੰਬਲੀ ਜਿਹੜੀ ਉਹ ਮਹਾਰਾਜ ਕ੍ਰਿਸ਼ਨ ਜੀ ਨੇ ਓੜੀ ਹੈ। ਤਾਂ ਫਿਰ ਉਹ ਵੀ ਧੰਨ ਹੋ ਗਈ ਹੈ ਨਾਲ ਇਸ ਬਾਬਤ, ਕਿਉਂਕਿ ਸਤਿਗੁਰ ਨੇ ਜਿਹਨੂੰ ਵੀ ਸਪਰਸ਼ ਕੀਤਾ ਹੈ ਇਸ ਸੰਸਾਰ ਦੇ ਵਿੱਚ, ਜਿਹੜਾ ਵੀ ਸਤਿਗੁਰ ਦੀ ਸ਼ਰਨ ਆਇਆ ਜਾਂ ਜਿੰਨਾ ਵੀ ਸਤਿਗੁਰਾਂ ਦੇ ਚਰਨਾਂ ਦੀ ਮਸਤਕ ਆਪਣੇ ਚਰਨਾਂ ਦੀ ਧੂੜ ਆਪਣੇ ਮਸਤਕ ਦੇ ਨਾਲ ਲਾਈਏ, ਉਹ ਫਿਰ ਇਸ ਸੰਸਾਰ ਦੇ ਵਿੱਚੋਂ ਪਾਰ ਉਤਾਰਾ ਹੋ ਗਿਆ। ਉਹਨਾਂ ਦਾ ਜੀਵਨ ਵੱਖਰਾ ਹੋ ਗਿਆ, ਉਹਨਾਂ ਦਾ ਉੱਚੇ ਤੇ ਸੁੱਚੇ ਜੀਵਨ ਵਿੱਚ ਵੇਖੇ ਗਏ ਨੇ। ਇਸੇ ਬਾਬਤ ਭਗਤ ਨਾਮਦੇਵ ਜੀ ਇਹਨਾਂ ਸਾਰਿਆਂ ਨੂੰ ਧੰਨ ਆਖਦੇ ਨੇ। ਬਾਂਸੁਰੀ ਨੂੰ ਵੀ ਧੰਨ ਆਖਦੇ ਨੇ, ਉਹਨਾਂ ਭੇਡੂਆਂ ਨੂੰ ਵੀ ਧੰਨ ਆਖਦੇ ਨੇ, ਕਿਉਂਕਿ ਮਹਾਰਾਜ ਕ੍ਰਿਸ਼ਨ ਜੀ ਦਾ ਉਹਨਾਂ ਦਾ ਨਾਲ ਸਪਰਸ਼ ਹੋਇਆ। ਫਿਰ ਅੱਗੇ ਲਿਖਦੇ ਨੇ, ਕਹਿੰਦੇ ਨੇ ਤਨ ਤਨ ਤੂੰ ਮਾਤਾ ਦੇਵਕੀ, ਤਨ ਤਨ ਤੂੰ ਮਾਤਾ ਦੇਵਕੀ, ਜਿਹ ਗ੍ਰਹਿ ਰਮਈਆ ਕਮਲਾਪਤੀ। ਹੁਣ ਇੱਥੇ ਭਗਤ ਨਾਮਦੇਵ ਜੀ ਮਾਤਾ ਦੇਵਕੀ ਨੂੰ ਵੀ ਧੰਨ ਆਖਣ ਡੇ ਨੇ, ਕਿਉਂਕਿ ਮਾਤਾ ਦੇਵਕੀ ਦੇ ਕੁੱਖੋਂ ਹੀ ਮਹਾਰਾਜ ਕ੍ਰਿਸ਼ਨ ਜੀ ਨੇ ਅਵਤਾਰ ਲਿਆ। ਇਹ ਤੇ ਮਾਤਾ ਹੁਣ ਜਨਮ ਦੇਣ ਵਾਲੀ ਹੈ ਜਿਹੜੀ ਧੰਨ ਹੋ ਗਈ ਏ। ਸਤਿਗੁਰ ਜੀ ਆਂਦੇ ਨੇ ਜਿੱਥੇ ਇਹ ਮਾਤਾ ਜਨਮ ਦੇਣ ਵਾਲੀ ਧੰਨ ਹੋ ਗਈ,
ਉੱਥੇ ਮਾਤਾ ਜਿਹੜੀ ਇਹਨੂੰ ਪਾਲਣ ਪੋਸ਼ਣ ਵੀ ਜਿਹਨੇ ਕੀਤਾ ਹੈ ਉਹ ਵੀ ਧਨ ਹੋ ਗਈ ਹੈ। ਧੰਨ ਧੰਨ ਵੱਡੇ ਭਾਗ ਮਾਤਾ ਯਸ਼ੋਦਾ ਦੇ, ਧੰਨ ਧੰਨ ਵੱਡੇ ਭਾਗ ਮਾਤਾ ਯਸ਼ੋਦਾ ਦੇ, ਜਿਨ ਗੋਬਿੰਦ ਗੋਦ ਖਿਡਾਇਆ। ਧੰਨ ਧੰਨ ਵੱਡੇ ਭਾਗ ਮਾਤਾ ਰੁਕਮਣ ਦੇ, ਧੰਨ ਧੰਨ ਵੱਡੇ ਭਾਗ ਮਾਤਾ ਰੁਕਮਣ ਦੇ, ਜਿਨ ਕ੍ਰਿਸ਼ਨ ਜਿਆ, ਜਿਨ ਕ੍ਰਿਸ਼ਨ ਜਿਆ ਵਰ ਪਾਇਆ। ਸਤਿਗੁਰੂ ਜੀ ਆਂਦੇ ਨੇ ਜਿੱਥੇ ਮਾਤਾ ਦੇਵਕੀ ਨੇ ਜਨਮ ਦੇ ਕੇ ਧਨ ਹੋ ਗਈ ਹੈ, ਉੱਥੇ ਮਾਤਾ ਯਸ਼ੋਦਾ ਵੀ ਲਾਲਣ ਪਾਲਣ ਕਰਨ ਵਾਲੀ ਧਨ ਹੋ ਗਈ ਹੈ। ਨਾਲ ਉੱਥੇ ਮਾਤਾ ਰੁਕਮਣ ਨੂੰ ਵੀ ਬੜਾ ਧਨ ਆਖਿਆ ਗਿਆ ਹੈ, ਕਿਉਂਕਿ ਉਹਨਾਂ ਦੇ ਨਾਲ ਮਹਾਰਾਜ ਕ੍ਰਿਸ਼ਨ ਜੀ ਦੇ ਸੰਜੋਗ ਬਣੇ ਸਨ। ਧਨ ਧਨ ਕੋਲ ਧਨ ਧਨ ਪਿਤਾ, ਧਨ ਧਨ ਕੋਲ ਧਨ ਧਨ ਸੋ ਜਨਨੀ, ਜਿਨ ਗੁਰੂ ਜਨਿਆ ਮਾਏ। ਸਾਰਾ ਪਰਿਵਾਰ ਉਹ ਧਨ ਹੋ ਜਾਂਦਾ ਹੈ ਜਿੱਥੇ ਜਿਹੜੇ ਪਰਿਵਾਰ ਵਿੱਚ ਵੀ ਸਤਿਗੁਰ ਅਵਤਾਰ ਲੈ ਕੇ ਆਉਂਦੇ ਨੇ। ਸੋ ਜਿਨ੍ਹਾਂ ਨੇ ਵੀ ਸਤਿਗੁਰ ਦੇ ਨਾਲ ਸਪਰਸ਼ ਕੀਤਾ ਹੈ, ਸਤਿਗੁਰ ਦੇ ਚਰਨਾਂ ਦੇ ਨਾਲ ਸਪਰਸ਼ ਕੀਤਾ ਹੈ, ਉਹਨਾਂ ਦੇ ਚਰਨਾਂ ਦੀ ਮਸਤਕ ਧੂੜ ਲੈ ਕੇ, ਆਪਣੇ ਚਰਨਾਂ ਦੀ ਧੂੜ ਲੈ ਕੇ ਆਪਣੇ ਮਸਤਕ ਨੂੰ ਲਾਈਏ। ਜਿਹੜੇ ਗੁਰਸਿੱਖ ਸਤਿਗੁਰ ਦੇ ਦਾਇਰੇ 'ਚ ਚਰਨਾਂ ਤੱਕ ਪਹੁੰਚਦੇ ਨੇ, ਭਾਈ ਗੁਰਦਾਸ ਜੀ, ਭਗਤ ਨਾਮਦੇਵ ਜੀ ਉਹਨਾਂ ਨੂੰ ਧੰਨ ਆਂਦੇ ਨੇ, ਕਿਉਂਕਿ ਸਤਿਗੁਰ ਦੇ ਨਾਲ ਉਹਨਾਂ ਦਾ ਸਪਰਸ਼ ਹੋ ਗਿਆ। ਇਸੇ ਬਾਬਤ ਅੱਜ ਟੇਕ ਲੈ ਕੇ ਅਸੀਂ ਚੱਲੇ ਸਾਂ। ਆਓ ਬਲਿਹਾਰੀ ਸਤਿਗੁਰ ਚਰਨਾ, ਆਓ ਬਲਿਹਾਰੀ ਸਤਿਗੁਰ ਚਰਨਾ, ਆਓ ਬਲਿਹਾਰੀ ਸਤਿਗੁਰ ਚਰਨਾ, ਆਓ ਬਲਿਹਾਰੀ ਸਤਿਗੁਰ ਚਰਨਾ, ਆਓ ਬਲਿਹਾਰੀ। ਆਓ ਬਲਿਹਾਰੀ ਸਤਿਗੁਰ ਚਰਨਾ, 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 ਆਓ ਬਲਿਹਾਰੀ ਸਤਿਗੁਰ ਮਹਾਰਾਜ ਗੁਰਬਾਣੀ ਚਾਹੁੰਦੇ ਨੇ ਵੀ ਹਉ ਬਲਿਹਾਰੀ ਸਤਿਗੁਰ ਚਰਨਾ, ਉਹਨਾਂ ਚਰਨਾਂ ਤੋਂ ਅਸੀਂ ਬਲਿਹਾਰ ਜਾਈਏ, ਕਿਉਂਕਿ ਸਤਿਗੁਰ ਦੇ ਚਰਨ ਜਿੱਥੇ ਵੀ ਪੈਂਦੇ ਨੇ, ਅੱਜ ਵੇਖ ਲਓ ਉਹਨਾਂ ਜਗ੍ਹਾ ਦੇ ਉੱਤੇ ਗੁਰਦੁਆਰੇ ਬਣੇ ਹੋਏ ਨੇ, ਲੋਕ ਜਾ ਮੱਥੇ ਟੇਕਦੇ ਪਏ ਨੇ, ਪੂਜਦੇ ਪਏ ਨੇ ਉਹਨਾਂ ਸਥਾਨਾਂ ਨੂੰ। ਐਸਾ ਗੁਰਚਰਨਾਂ ਦੀ ਮਹਾਨਤਾ ਜਿਹੜੀ ਹੈ ਉਹ
ਗੁਰਬਾਣੀ ਦੇ ਵਿੱਚ ਆਈ ਹੈ, ਇਤਿਹਾਸ ਦੇ ਵਿੱਚ ਆਈ ਹੈ। ਸੋ ਜਿਨ੍ਹਾਂ ਵੀ ਗੁਰਮੁਖਾਂ ਨੇ ਗੁਰਚਰਨਾਂ ਦੀ ਧੂੜ ਜਿਹੜੀ ਆਪਣੇ ਮਸਤਕ ਦੇ ਨਾਲ ਲਾਈ ਹੈ, ਜਾਂ ਸਤਿਗੁਰ ਦੇ ਦਰ ਦੇ ਵਿੱਚ ਉਹਨਾਂ ਦੇ ਚਰਨਾਂ 'ਤੇ ਗਏ ਨੇ, ਉਹਨਾਂ ਦਾ ਜੀਵਨ ਫਿਰ ਸਫਲ ਹੁੰਦਾ ਵੇਖਿਆ ਗਿਆ ਇਹਨਾਂ ਸੰਸਾਰ ਦੇ ਵਿੱਚ। ਇਸ ਭਵ ਸਾਗਰ ਤੋਂ ਉਹ ਮਨੁੱਖ ਜਿਹੜੇ ਫਿਰ ਤਰ ਗਏ ਨੇ। ਆਓ ਇਤਿਹਾਸ ਵਿੱਚੋਂ ਇੱਕ ਛੋਟਾ ਜਿਹਾ ਪ੍ਰਮਾਣ ਲੈ ਲਈਏ ਗੁਰਚਰਨਾਂ ਦੀ ਮਹਾਨਤਾ ਦਾ। ਇੱਕ ਵਾਰੀ ਸਭ ਗੱਜ ਕੇ ਆਖੋ, ਧੰਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਲਾਹੌਰ ਵਿੱਚ ਇਹਨਾਂ ਦਾ ਬੜਾ ਆਣਾ ਜਾਣਾ ਉਹਨਾਂ ਸਮਿਆਂ ਵਿੱਚ ਬਣਿਆ ਹੋਇਆ ਸੀ। ਬਹੁਤ ਦਰਸ਼ਨ ਦਿੰਦੇ ਹੁੰਦੇ ਸਨ ਲਾਹੌਰ ਦੇ ਵਿੱਚ। ਜਿਸ ਤਰ੍ਹਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜਦੋਂ ਵੀ ਕਿਤੇ ਬਾਹਰ ਜਾਣਾ ਹੋਵੇ ਤਾਂ ਦਿੱਲੀ ਦੇ ਭਾਗ ਬੜੇ ਜਲਦੀ ਜਾਗ ਜਾਂਦੇ ਨੇ। ਸੱਚੇ ਪਾਤਸ਼ਾਹ ਹਮੇਸ਼ਾ ਦਿੱਲੀ ਤੋਂ ਹੋ ਕੇ ਤੇ ਫਿਰ ਬਾਹਰ ਨੂੰ ਜਾਂਦੇ ਹੁੰਦੇ ਸਨ, ਤੇ ਜਦੋਂ ਵਾਪਸ ਆਉਣਾ ਉਦੋਂ ਵੀ ਦਿੱਲੀ ਦੇ ਭਾਗ ਜਾਗ ਜਾਣੇ। ਇਸੇ ਤਰ੍ਹਾਂ ਹੀ ਉਹਨਾਂ ਸਮਿਆਂ ਵਿੱਚ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਜਦੋਂ ਵੀ ਪੰਜਾਬ ਦਾ ਦੌਰਾ ਕਰਿਆ ਕਰਦੇ ਸਨ ਤਾਂ ਲਾਹੌਰ ਵਿੱਚ ਬੜਾ ਜਾਇਆ ਕਰਦੇ ਸਨ। ਉੱਥੇ ਸਾਧ ਸੰਗਤ ਬੜੀ ਉੱਥੇ ਦਰਸ਼ਨ ਉਹਨਾਂ ਨੂੰ ਦਿਆ ਕਰਦੇ ਸਨ। ਸਮਾਂ ਬਣਿਆ ਇੱਕ ਵਾਰੀ ਸੱਚੇ ਪਾਤਸ਼ਾਹ ਲਾਹੌਰ ਦਰਸ਼ਨ ਦਿੱਤੇ। ਖਾਲਸਾ ਹਾਈ ਸਕੂਲ ਦੇ ਵਿੱਚ ਉੱਥੇ ਪ੍ਰੋਗਰਾਮ ਹੋਇਆ ਆਸਾ ਦੀ ਵਾਰ ਦਾ। ਬੜੀ ਸਾਧ ਸੰਗਤ ਜਿਹੜੀ ਉੱਥੇ ਹੁਮ ਹੁਮਾ ਕੇ ਉੱਥੇ ਪਹੁੰਚੀ ਹੈ। ਇੱਧਰ ਇੱਕ ਮਾਤਾ ਜਿਹੜੀ ਹੈ ਉੱਥੇ ਹੀ ਲਾਹੌਰ ਦੀ ਰਹਿਣ ਵਾਲੀ, ਗੁਰਚਰਨਾਂ ਦੀ ਮਹਾਨਤਾ ਦੀ ਅੱਜ ਗੱਲ ਕਰਨੀ ਹੈ ਵੀ ਕਿਸ ਤਰ੍ਹਾਂ ਗੁਰਚਰਨਾਂ ਦੀ ਮਹਾਨਤਾ ਇਤਿਹਾਸ ਦੇ ਵਿੱਚ ਆਈ ਹੈ, ਗੁਰਬਾਣੀ ਦੇ ਵਿੱਚ ਆਈ ਹੈ। ਸੱਚੇ ਪਾਤਸ਼ਾਹ ਉੱਧਰ ਖਾਲਸਾ ਹਾਈ ਸਕੂਲ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਆਸਾ ਜੀ ਦੀ ਵਾਰ ਦਾ। ਇੱਧਰ ਮਾਤਾ ਜਿਹੜੀ ਇੱਕ ਉਹਦਾ ਪੁੱਤਰ ਬੜਾ ਬਿਮਾਰ ਹੋਇਆ ਦਾ ਉਹਨਾਂ ਸਮਿਆਂ ਦੇ ਵਿੱਚ। ਡਾਕਟਰਾਂ ਕੋਲ ਇਲਾਜ ਕਰਾਇਆ ਉਹਨਾਂ ਨੇ, ਬਹੁਤ ਇਲਾਜ ਕਰਾਇਆ। ਡਾਕਟਰਾਂ ਨੇ ਆਖਿਆ ਵੀ ਡਬਲ ਨਮੋਨੀਆ ਇਹਨੂੰ ਹੋ ਗਿਆ, ਇਹ ਬਚ ਨਹੀਂ ਸਕਦਾ। ਕੜੀ ਪਲ ਦੀ ਇਹਦੇ ਦਰਸ਼ਨ ਮੇਲਾ ਹੈ, ਬਸ ਪਤਾ ਨਹੀਂ ਕਿਹੜੇ ਵੇਲੇ ਸਤਿ ਸ੍ਰੀ ਅਕਾਲ ਹੋ ਜਾਏ। ਉਸ ਮਾਤਾ ਨੂੰ ਇਸ ਤਰ੍ਹਾਂ ਦਾ ਡਾਕਟਰਾਂ ਨੇ ਜਦੋਂ ਜਵਾਬ ਦਿੱਤਾ ਤੇ ਫਿਰ ਮਾਤਾ ਦਾ ਕੀ ਹਾਲ ਹੋਇਆ ਉਹਨਾਂ ਸਮਿਆਂ ਦੇ ਵਿੱਚ, ਕਿਉਂਕਿ ਇੱਕੋ ਇੱਕ ਪੁੱਤਰ ਸੀ ਮਾਤਾ ਦਾ। ਬੜੀ ਦੁਖੀ ਹੋਈ ਹੈ ਉਹਨਾਂ ਸਮਿਆਂ ਦੇ ਵਿੱਚ, ਕਿਉਂਕਿ ਮਾਤਾ ਦਾ ਜਿਹੜਾ ਪ੍ਰੇਮ ਪੁੱਤਰ ਦੇ ਪ੍ਰਤੀ ਸਨੇਹ ਜਿਹੜਾ ਦੱਸਿਆ ਗਿਆ ਉਹਨੂੰ ਅੱਜ ਤੱਕ ਕੋਈ ਜਾਣ ਨਹੀਂ ਸਕਿਆ। ਬੜਿਆਂ ਨੇ ਕੋਸ਼ਿਸ਼ ਕੀਤੀ ਹੈ ਬਈ ਉਹ ਅਹਿਸਾਸ ਹੋ ਜਾਏ ਮਾਤਾ ਦਾ ਕਿਸ ਤਰ੍ਹਾਂ ਪ੍ਰੇਮ ਹੁੰਦਾ ਪੁੱਤਰ ਦੇ ਪ੍ਰਤੀ। ਪੰਜਾਬੀ ਦੀ ਜਿਹੜੀ ਲੇਖਕਾ ਇੱਕ ਅੰਮ੍ਰਿਤਾ ਪ੍ਰੀਤਮ, ਉਹਨੇ ਵੀ ਬੜੀ ਕੋਸ਼ਿਸ਼ ਕੀਤੀ ਹੈ ਉਸ ਮਾਤਾ ਦਾ ਜਿਹੜਾ ਉਹਨੇ ਇਜ਼ਹਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਕਿਸ ਤਰ੍ਹਾਂ ਦਾ ਮਾਤਾ ਦਾ ਪ੍ਰੇਮ ਦੱਸਿਆ ਗਿਆ ਪੁੱਤਰ ਦੇ ਪ੍ਰਤੀ। ਕਹਿੰਦੀ ਵੀ ਕਿਸੇ ਦੇ ਦੁੱਖ ਦੀ ਸਾਰ ਉਹ ਕੀ ਜਾਣੇ, ਜਿੰਨੇ ਹੰਝੂ ਵਗਾ ਕੇ ਵੇਖਿਆ ਨਹੀਂ। ਝੁੱਗੇ ਸੜੇ ਦੀ ਸਾਰ ਉਹ ਕੀ ਜਾਣਦਾ, ਜਿੰਨੇ ਹੱਥੀ ਬਣਾ ਕੇ ਵੇਖਿਆ ਨਹੀਂ। ਉਹ ਕੀ ਜਾਣੇ ਪੈਸੇ ਦੀ ਕਦਰ ਤਾਈਂ, ਜਿੰਨੇ ਹੱਥੀ ਕਮਾ ਕੇ ਵੇਖਿਆ ਨਹੀਂ। ਤੇ ਅੰਮ੍ਰਿਤ ਪੁੱਤਰ ਦੀ ਸਾਰ ਉਹ ਕੀ ਜਾਣੇ, ਜਿੰਨੇ ਗੋਦੀ ਖਿਡਾ ਕੇ ਵੇਖਿਆ ਨਹੀਂ। ਉਹਨੇ ਕੋਸ਼ਿਸ਼ ਕੀਤੀ ਹੈ ਵੀ ਮਾਤਾ ਦਾ ਜਿਹੜਾ ਪ੍ਰੇਮ, ਉਹਦਾ ਸਨੇਹ ਪੁੱਤਰ ਦੇ ਪ੍ਰਤੀ ਇਸ ਤਰ੍ਹਾਂ ਦਾ ਹੋ ਸਕਦਾ। ਮਾਤਾ ਨੂੰ ਜਦੋਂ ਪੁੱਤਰ ਦੇ ਪ੍ਰਤੀ ਇਸ ਤਰ੍ਹਾਂ ਦਾ ਜਵਾਬ ਮਿਲਿਆ ਡਾਕਟਰਾਂ ਤੋਂ, ਤੇ ਫਿਰ ਮਾਤਾ ਦਾ ਕੀ ਹਾਲ ਹੋਇਆ ਇਹ ਮਾਤਾ ਹੀ ਜਾਣਦੀ ਹੈ। ਆਪਣੇ ਘਰ ਦੇ ਬਾਹਰ ਪੁੱਤਰ ਦੇ ਅੰਦਰ ਉਹਦੇ ਉੱਤੇ ਰਜ਼ਾਈਆਂ ਦਿੱਤੀਆਂ ਦੀਆਂ, ਕਿਉਂਕਿ ਡਬਲ ਨਮੋਨੀਆ ਉਹ ਸਮਾਂ ਜਿਹੜਾ ਉਹਨਾਂ ਦਿਨਾਂ 'ਚ ਪੋਹ ਦਾ ਸਮਾਂ ਸੀ, ਬੜੀ ਠੰਡ ਜਿਹੜੀ ਪੀਕ ਟਾਈਮ 'ਤੇ ਹੁੰਦੀ ਹੈ। ਉਹਨਾਂ ਸਮਿਆਂ ਦੇ ਵਿੱਚ ਉਸ ਬੱਚੇ ਨੂੰ ਡਬਲ ਨਮੋਨੀਆ ਹੋਇਆ ਤੇ ਉਹ ਅੰਦਰ ਰਜਾਈਆਂ ਪਾ ਕੇ, ਤਾਂ ਹੁਣ ਸੰਸਾਰ ਦੇ ਵਿੱਚ ਜਦੋਂ ਕੋਈ ਹਿਰਸ ਨਹੀਂ ਰਹਿ ਗਈ ਤੇ ਫਿਰ
ਜਾਂ ਕੋ ਮੁਸ਼ਕਲਾਤ ਬਣੇ ਢੋਈ ਕੋਈ ਨਾ ਦੇ। ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖੜੇ, ਤੇ ਸਭੋ ਭਜੇ ਆਸਰਾ ਚੁੱਕੇ ਸਭ ਅਸਰਾਓ। ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਓ। ਆਪਣੇ ਪਰਮੇਸ਼ਰ ਨੂੰ ਹੁਣ ਬਾਹਰ ਆਣ ਕੇ ਨਾ ਬਰੂਏ ਤੇ ਆਣ ਕੇ ਤੇ ਯਾਦ ਕਰਦੀ ਹੈ ਉਹਦੇ ਅੱਗੇ, ਨਾਲੇ ਪ੍ਰੇਮ ਦੇ ਉਲਾਮੇ ਦਿੰਦੀ ਹੈ, ਨਾਲੇ ਉਹਦੇ ਅੱਗੇ ਬੇਨਤੀ ਕਰਦੀ ਹੈ ਵੀ ਕਿਰਪਾ ਕਰ, ਇੱਕੋ ਇੱਕ ਮੇਰਾ ਪੁੱਤਰ ਹੈ ਤੇ ਉਹਨੂੰ ਠੀਕ ਕਰ ਦਿਓ, ਕਿਸੇ ਤਰ੍ਹਾਂ ਢੋਹ ਲੱਗ ਜੇ ਤੇ ਪੁੱਤਰ ਮੇਰਾ ਤੰਦਰੁਸਤ ਹੋ ਜੇ ਸਮਿਆਂ ਦੇ ਵਿੱਚ। ਕਿਸ ਤਰ੍ਹਾਂ ਬੇਨਤੀ ਕਰਦੀ ਪਈ ਹੈ ਆਪਣੇ ਪਰਮੇਸ਼ਰ ਦੇ ਅੱਗੇ, ਕਹਿੰਦੀ ਹੈ ਉਹ ਜੀ ਇੱਕ ਨਾ ਦੇ ਘਰ 7-7 ਪੁੱਤ ਖੇਡਦੇ ਨੇ, ਇੱਕ ਨਾ ਦੇ ਘਰ 7-7 ਪੁੱਤ ਖੇਡਦੇ ਨੇ, ਇੱਕ ਨਾ ਦੇ ਘਰ 7-7 ਪੁੱਤ ਖੇਡਦੇ ਨੇ, ਇੱਕ ਨਾ ਦੇ ਘਰ 7-7 ਪੁੱਤ ਖੇਡਦੇ ਨੇ। ਉਹ ਇੱਕ ਨਾ ਨੂੰ ਇੱਕੋ ਵੀ ਦੂਜਾ ਸੰਸਾਰਿਆ, ਦੂਜਾ ਸੰਸਾਰਿਆ। ਕਹਿੰਦੀ ਹੈ ਬਈ ਇੱਕ ਨਾ ਦੇ ਘਰ 7-7 ਪੁੱਤ ਖੇਡਦੇ ਨੇ, ਤੇ ਇੱਕ ਨਾਲ ਨੂੰ ਇੱਕੋ ਉਹ ਵੀ ਬੁੱਝਾ ਸੰਸਾਰਿਆ। ਇਸ ਤਰ੍ਹਾਂ ਦੀਆਂ ਸਤਿਗੁਰ ਦੇ ਅੱਗੇ ਬੇਨਤੀਆਂ ਕਰਨ ਡਈਏ। ਇੱਕ ਨਾ ਦੇ ਇਸ਼ਾਰੇ ਸਭ ਕੰਮ ਹੋਂਦੇ ਨੇ, ਇੱਕ ਦਿਨ ਸੁਣੇ ਭਾਵੇਂ ਕੋਲੋਂ ਵਾਜਾਂ ਮਾਰਦਾ। ਇੱਕ ਕੋਲ ਸਾਧੂਆਂ ਦੇ ਰੋਜ਼ ਜਾ ਬੈਠਦੇ ਨੇ, ਇੱਕ ਨਾ ਨੂੰ ਘਰ ਬੈਠੇ ਮੌਜ ਤੇ ਬਹਾਰਿਆ। ਬਈ ਸਤਿਗੁਰ ਇਹ ਪਰਮੇਸ਼ਰ ਵੀ ਕੈਸਾ ਸੰਸਾਰ ਬਣਾ ਰੱਖਿਆ। ਇੱਕ ਬੇਨਤੀਆਂ ਕਰ ਕਰਕੇ ਥੱਕ ਜਾਂਦੇ ਨੇ, ਉਹਨਾਂ ਦੀ ਸੁਣੀ ਨਹੀਂ ਜਾਂਦੀ, ਤੇ ਇੱਕ ਨਾਲ ਨੂੰ ਘਰ ਬੈਠੇ ਮੌਜ ਤੇ ਬਹਾਰਿਆ। ਇੱਧਰੋਂ ਹੁਣ ਮਾਤਾ ਜਿਹੜੀ ਏ ਉਹ ਆਪਣੇ ਪਰਮੇਸ਼ਰ ਨੂੰ ਬਾਹਰ ਆਣ ਕੇ ਬਰੂਏ 'ਚ ਆਣ ਕੇ ਤੇ ਯਾਦ ਕਰਨ ਡਈ ਏ। ਉਧਰ ਸਤਿਗੁਰ ਸੱਚੇ ਪਾਤਸ਼ਾਹ ਸਤਿਗੁਰ ਪ੍ਰਤਾਪ ਸਿੰਘ ਜੀ ਆਸਾ ਜੀ ਦੀ ਵਾਰ ਦਾ ਭੋਗ ਪਿਆ। ਤਾਂ ਫਿਰ ਸੰਗਤਾਂ ਨੇ ਉੱਥੇ ਬੇਨਤੀ ਕੀਤੀ ਵੀ ਬਹੁਤ ਚਿਰ ਹੋ ਗਏ ਨੇ ਵੀ ਸੰਗਤਾਂ ਦੇ ਘਰ ਚਰਨ ਨਹੀਂ ਪਏ, ਤੇ ਸੱਚੇ ਪਾਤਸ਼ਾਹ ਕਿਰਪਾ ਕਰੋ ਘਰ ਘਰ ਚਰਨ ਪਾਓ। ਸਤਿਗੁਰਾਂ ਨੇ ਅਰਜ਼ ਪ੍ਰਵਾਨ ਕਰ ਲਈ ਹੈ ਸੰਗਤਾਂ ਦੀ, ਘਰ ਘਰ ਚਰਨ ਪਾਉਣ ਵਾਸਤੇ ਹੁਣ ਅਰਜ਼ ਜਿਹੜੀ ਉਹ ਮਨਜ਼ੂਰ ਹੋ ਗਈ ਹੈ। ਉੱਥੇ ਇੱਕ ਬੀਬੀ ਜਿਹੜੀ ਏ ਉਹ ਭੱਜੀ ਆਪਣੇ ਘਰ ਨੂੰ ਵਾਪਸ ਆਈ ਹੈ ਵੀ ਮੈਂ ਵੀ ਚਰਨ ਪਵਾਉਣੇ ਨੇ, ਸੱਚੇ ਪਾਤਸ਼ਾਹ ਕਿਤੇ ਜਲਦੀ ਨਾ ਆ ਜਾਣ ਕਿਤੇ ਮੇਰੇ ਘਰ, ਮੈਂ ਜਾ ਕੇ ਆਪਣੇ ਤਿਆਰੀ ਕਰ ਲਵਾਂ। ਉਹ ਬੀਬੀ ਹੁਣ ਸਤਿਗੁਰਾਂ ਦਾ ਜਦੋਂ ਉੱਥੇ ਹੁਕਮ ਸੁਣਿਆ ਤੇ ਉਹ ਵਾਪਸ ਆਪਣੇ ਘਰ ਨੂੰ ਆਈ ਹੈ ਫਟਾਫਟ ਭੱਜੀ ਹੋਈ। ਉਹਨੇ ਆਣ ਕੇ ਵੇਖਿਆ ਵੀ ਇੱਕ ਮਾਤਾ ਜਿਹੜੀ ਏ ਰਸਤੇ ਵਿੱਚ ਉਹ ਬੜੀ ਰੋਣ ਤੇ ਕੁਰਲਾਉਣ ਡਈ ਏ। ਤੇ ਇਸ ਬੀਬੀ ਨੇ ਆਣ ਕੇ ਉਹਨੂੰ ਪੁੱਛਿਆ ਵੀ ਮਾਤਾ ਕੀ ਦੁੱਖ ਹੋਇਆ, ਕੀ ਗੱਲ ਹੋ ਗਈ ਏ, ਕਿਉਂ ਇਸ ਤਰ੍ਹਾਂ ਦਾ ਵਿਰਲਾਪ ਕਰਨ ਡਈ ਏ। ਇਹਨੇ ਫਿਰ ਦੱਸਿਆ ਵੀ ਮੇਰਾ ਇੱਕੋ ਇੱਕ ਪੁੱਤਰ ਹੈ, ਮੇਰੇ ਜੀਵਨ ਦਾ ਆਸਰਾ। ਡਾਕਟਰਾਂ ਨੇ ਉਹਨੂੰ ਆਖਿਆ ਵੀ ਡਬਲ ਨਮੂਨੀਆ ਹੋ ਗਿਆ, ਬਚ ਨਹੀਂ ਸਕਦਾ। ਜਵਾਬ ਦਿੱਤਾ ਮੈਂ ਹੁਣ ਕਿਹਦੇ ਅੱਗੇ ਜਾ ਅਰਦਾਸਾਂ ਕਰਾਂ, ਕੌਣ ਮੇਰਾ ਸੁਣੇ ਇਸ ਸੰਸਾਰ ਦੇ ਵਿੱਚ ਜਿੱਥੇ ਇਹਨੂੰ ਢੋਹ ਲੱਗ ਜੇ ਤੇ ਇਹਨੂੰ ਜੀਵਨ ਦਾਨ ਮਿਲ ਜਾਵੇ। ਉਹ ਜਿਹੜੀ ਬੀਬੀ ਆਪਣੇ ਘਰ ਨੂੰ ਚਰਨ ਪਾਉਣ ਵਾਸਤੇ ਭੱਜੀ ਵਾਪਸ ਆਉਣ ਡਈ ਸੀ, ਉਹਨੇ ਇਹਨਾਂ ਨੂੰ ਫਿਰ ਦੱਸਿਆ ਇਸ ਮਾਤਾ ਨੂੰ ਵੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਚਰਨ ਪਾਉਣ ਵਾਸਤੇ ਇੱਧਰ ਹੀ ਆਉਣ ਡੇ ਨੇ, ਤੇ ਤੂੰ ਉਹਨਾਂ ਦੇ ਅੱਗੇ ਬੇਨਤੀ ਕਰ।
ਉਹ ਕਿਰਪਾ ਕਰਨਗੇ, ਜ਼ਰੂਰ ਢੋਹ ਲੱਗੇਗਾ। ਤਾਂ ਇਹਨੇ ਵੀ ਮਾਤਾ ਨੇ ਅੱਗੋਂ ਜਵਾਬ ਦਿੱਤਾ ਵੀ ਮੈਂ ਤਾਂ ਕਦੀ ਉਹਨਾਂ ਦਾ ਦਰਸ਼ਨ ਕੀਤਾ ਨਹੀਂ, ਉਹ ਪਤਾ ਨਹੀਂ ਮੇਰੀ ਉਹ ਪੁਕਾਰ ਉੱਥੇ ਬੇਨਤੀ ਸੁਣੀ ਜਾਵੇ ਜਾਂ ਨਾ ਸੁਣੀ ਜਾਵੇ, ਅਤੇ ਕਿਰਪਾ ਕਰਕੇ ਤੂੰ ਹੀ ਆਪਣੀ ਇਸ ਦੁਖਿਆਰੀ ਮਾਤਾ ਦੀ ਬੇਨਤੀ ਕਰਦੇ ਆਪਣੇ ਸਤਿਗੁਰਾਂ ਅੱਗੇ। ਇਸ ਬੀਬੀ ਨੇ ਫਿਰ ਆਖਿਆ ਵੀ ਚੱਲ ਚੰਗਾ ਹੈ ਵੀ ਸਤਿਗੁਰ ਇੱਧਰ ਹੀ ਆਉਂਦੇ ਨੇ, ਮੈਂ ਉਨੀ ਦੇਰ ਘਰ ਨਹੀਂ ਜਾਵਾਂਗੀ, ਇੱਥੇ ਤੇਰੇ ਕੋਲ ਹੀ ਰਵਾਂਗੀ, ਪਹਿਲਾਂ ਇੱਥੇ ਤੇਰੇ ਚਰਨ ਪਵਾ ਕੇ ਤੇਰੀ ਬਿਨਤੀ ਕਰਕੇ ਤੇ ਫਿਰ ਤੇਰੇ ਬੱਚੇ ਨੂੰ ਰਾਜੀ ਕਰਾ ਕੇ ਫਿਰ ਮੈਂ ਅੱਗੇ ਜਾਵਾਂਗੀ। ਇਸ ਬੀਬੀ ਨੇ ਫਿਰ ਮਾਤਾ ਨੂੰ ਆਖਿਆ ਬਈ ਹੁਣ ਸੱਚੇ ਪਾਤਸ਼ਾਹ ਇੱਧਰ ਆਉਣ ਵਾਲੇ ਨੇ ਤੇ ਤੂੰ ਚਿੰਤਾ ਨਾ ਕਰ, ਤੇਰਾ ਬੱਚਾ ਜ਼ਰੂਰ ਰਾਜੀ ਹੋ ਜਾਏਗਾ। ਧੀਰਜ ਦੇਤਾ ਉਸ ਮਾਤਾ ਨੂੰ ਜਿਹੜੀ ਦੁਖਿਆਰੀ ਕੁਰਲਾਟਾਂ ਪਾਉਣ ਡਈ ਸੀ ਆਪਣੇ ਬੱਚੇ ਦੇ ਵਾਸਤੇ। ਜਦੋਂ ਇਸ ਬੀਬੀ ਕੋਲੋਂ ਸੁਣਿਆ ਬਈ ਉਹ ਇਲਾਹੀ ਜੋਤ ਜਿਹੜੀ ਇਹ ਸਮਰੱਥ ਗੁਰੂ ਇੱਧਰ ਚਰਨ ਪਾਉਣ ਵਾਸਤੇ ਆਉਣ ਡਿਆ ਤੇ ਮੇਰੀ ਅਰਜ਼ ਉੱਥੇ ਕਰ ਦੇਗੀ, ਢੋਹ ਲੱਗ ਜਾਏਗਾ, ਤੇ ਬੜੀ ਫਿਰ ਮਨ ਨੂੰ ਬੜਾ ਧੀਰਜ ਬੰਨਿਆ, ਉੱਥੇ ਹੌਸਲਾ ਹੋ ਗਿਆ ਵੀ ਚਲੋ ਸੱਚੇ ਪਾਤਸ਼ਾਹ ਇੱਧਰ ਆਉਣਗੇ। ਉਹ ਕਿਸ ਤਰ੍ਹਾਂ ਦਾ ਸਮਾਂ ਹੋਵੇਗਾ ਬਈ ਜਦੋਂ ਆਣ ਕੇ ਮੇਰਾ ਦੁੱਖ ਦੂਰ ਕਰਨਗੇ ਉਹ, ਤੇ ਬਿਰਤੀ ਲਾ ਕੇ ਤੇ ਫਿਰ ਸਤਿਗੁਰਾਂ ਦੇ ਇੰਤਜ਼ਾਰ ਵਿੱਚ ਹੁਣ ਕੀ ਕਹਿੰਦੀ ਏ, ਉਹ ਜੀ ਸਤਿਗੁਰ ਆਵਣਗੇ ਦੁੱਖ ਮਿਟਾਵਣਗੇ ਅੱਜ ਮੇਰੇ ਜੀ ਮੈਂ ਸਦਕੇ ਜਾਵਾਂ ਉਸ ਵੇਲੇ ਸਤਿਗੁਰ ਆਵਣਗੇ ਦੁੱਖ ਮਿਟਾਵਣਗੇ ਅੱਜ ਮੇਰੇ ਜੀ ਮੈਂ ਸਦਕੇ ਜਾਵਾਂ ਉਸ ਵੇਲੇ ਜੀ ਮੈਂ ਸਦਕੇ ਜਾਵਾਂ ਉਸ ਵੇਲੇ ਸਤਿਗੁਰ ਆਵਣਗੇ ਦੁੱਖ ਮਿਟਾਵਣਗੇ ਅੱਜ ਮੇਰੇ ਜੀ ਮੈਂ ਸਦਕੇ ਜਾਵਾਂ ਗੁਰ ਤੇਰੇ ਜੀ ਮੈਂ ਸਦਕੇ ਜਾਵਾਂ ਗੁਰ ਤੇਰੇ ਸਤਿਗੁਰ ਆਵਣਗੇ ਦੁੱਖ ਮਿਟਾਵਣਗੇ ਅੱਜ ਮੇਰੇ ਜੀ ਮੈਂ ਗੁਰ ਤੇਰੇ ਜੀ ਮੈਂ ਸਦਕੇ ਜਾਵਾਂ ਗੁਰ ਤੇਰੇ ਸਤਿਗੁਰ ਆਵਣਗੇ ਆਵਣਗੇ ਕਰ ਮੇਰੇ ਜੀ ਮੈਂ ਸਦਕੇ ਜਾਵਾਂ ਗੁਰ ਤੇਰੇ ਜੀ ਮੈਂ ਸਦਕੇ ਜਾਵਾਂ ਗੁਰ ਤੇਰੇ। ਮਨ 'ਚ ਹੁਣ ਉਸ ਸਮੇਂ ਨੂੰ ਵੇਖਣ ਡਏ ਵੀ ਉਹ ਸਮਾਂ ਜਿਹੜਾ ਹੈ ਕਿਸ ਤਰ੍ਹਾਂ ਦਾ ਹੋਵੇਗਾ ਬਈ ਜਦੋਂ ਸਤਿਗੁਰ ਜੀ ਆ ਕੇ ਤੇ ਮੇਰੇ ਦੁੱਖ ਦੂਰ ਕਰਨਗੇ। ਇਹ ਹਜੇ ਆਪਣੇ ਮਨ ਦੀਆਂ ਗੱਲਾਂ ਆਪਣੇ ਮਨ 'ਚ ਸੋਚਣ ਡਈ ਸੀ ਤੇ ਉੱਧਰੋਂ ਗੱਡੀਆਂ ਦੇ ਹਾਰਨ ਵੱਜ ਗਏ। ਸੱਚੇ ਪਾਤਸ਼ਾਹ ਸੰਗਤ ਦੇ ਨਾਲ ਉੱਥੇ ਪਹੁੰਚ ਗਏ ਨੇ। ਉਸ ਬੀਬੀ ਨੇ ਸਤਿਗੁਰਾਂ ਨੇ ਜਦੋਂ ਉਸ ਬੀਬੀ ਨੂੰ ਉੱਥੇ ਵੇਖਿਆ ਆਣ ਕੇ ਤੇ ਆਉਂਦੇ ਹੀ ਪੁੱਛਦੇ ਨੇ ਵੀ ਬੀਬੀ ਤੂੰ ਘਰ ਨਹੀਂ ਗਈ? ਤਾਂ ਫਿਰ ਉਸ ਬੀਬੀ ਨੇ ਦੱਸਿਆ ਬਈ ਮੈਂ ਤੇ ਘਰ ਜਾ ਹੀ ਰਹੀ ਸਾਂ, ਪਰ ਇਹ ਮਾਤਾ ਜਿਹੜੀ ਇੱਥੇ ਬੜੀ ਕਰਲਾਟ ਪਾਉਣ ਰਹੀ ਸੀ।
आखे की गल? उस बीबी ने फिर दसिया भी माता का जिहड़ा पुत्र है उन्होंने डबल नमोनिया हो गया तो डॉक्टर ने जवाब देता तो माता नूं कोई ढो नहीं लगन दिया तो तुसी कृपा करो, डॉक्टर ने जवाब देता है उस बच्चे नूं कोई जीवन दान बख्शो। सच्चे पातशाह आख्या चंगा फिर कित्थे है बच्चा? सतगुर दयालता दे सागर सन, वो दयालता दे विच आ गए फटाफट, क्योंकि वो बड़ा सवेर का टाइम सच्चे पातशाह बड़े खुश सन। उन्होंने समय घर घर चरण पाउण डे सन, संगतां भी होम हुमा के सतगुरां दे नाल जुड़ के जिथे जाते सन उत्थे पहुँचदियां सन। तो जदों सतगुर दयाल हो जाते हैं तो फिर सामने वाले का फिर बेड़ा पार हुंदा वेख्या गया उन्हां समयां विच, क्योंकि सतगुरु होए दयाल तां सरदा पूरीए, सतगुरु होए दयाल ना कबहू झूरीए, सतगुरु होए दयाल तां दुख ना जाणीए, सतगुरु होए दयाल तां हर रंग माणीए। ते सतगुरु होए दयाल तां जम का डर कहा, सतगुरु होए दयाल तां सद ही सुख देहा, सतगुरु होए दयाल तां नवनित पाईऐ, सतगुरु होए दयाल तां सच समाईऐ। सतगुरु जो दयालता दे विच आ जाते हैं तो फिर सामने वाले का बेड़ा पार हो जाता है, समझो कि भाग जाग गए ने। फिर सतगुरां आख्या भी कित्थे आ बच्चा लियाओ। माता फिर सतगुरां नूं फिर वो भज्जी भज्जी नाल गई, सतगुरां नूं अंदर लैके गई है। सतगुरां वेख्या जाके बई उत्थे तो कोई नज़र नहीं आण दिया, रजाइयां दा ही ढेर लगा पिया। माता ने फटाफट रजाइयां पासे कीतियां ते उहदा मूँह नंगा किया, उत्थे दस्या भी आ है मेरा पुत्र। सतगुरां सारियां रजाइयां परां करके ते ओह मारियां उत्थे, ते चरण जिहड़े अपने सन वो मंजे ते रखे ते उस बच्चे का जिहड़ा मस्तक है वो चरनां नूं लवाया गया, मत्था टकाया गया। उन्हां समयां दे विच जदों वो मस्तक जिहड़ा सतगुर चरण दे नाल जुड़िया तो फिर उदों ही उहदे भाग जागने शुरू हो गए ने, क्योंकि सतगुर का दर्शन ही बड़ा धन हुंदा है। ये एवं नहीं जे हुंदा किते सोचो कि सतगुर का दर्शन एवं हो जाता है। पहली गल तो मनुखी जन्म ही एवं नहीं मिलता, तो जे मिल भी जाता है तो फिर सतगुर जिहड़ा है वो एवं नहीं जे मिलता। चंगे वड्डे भाग हुंदे ने, पुरबले कर्म जागते हैं तां सतगुर जागदा है, तां मिलदा फिर जाके सतगुर। तो फिर जिथे सतगुर धन मन्निया गया तो फिर साढ़े भी भाग सतगुर के दर्शन करके उत्थे धन हो जाते हैं। सतगुर के चरणों के नाल जुड़ के मनुख धन हो जाता है। इस तरह ही होया, सतगुरां उस बच्चे ते नज़र मारी, फिर मत्था टका के ते आख्या भी ये जिहड़ी ये बीमारी सी जिन्ना जोर इन्हें पाउणा सी पा लिया। हुण तुसी इस तरह करो, कोई ठंडा पानी लिया के ना तो इहदा स्नान कराइए लियाओ। माता हुण बड़ी हैरान, बई पोह दे दिन सब तो ठंडे दिन हुंदे ने, पोह माघ दे दसंबर जनवरी का दिन वो समा सी। इन्नी ठंड दे विच उस बच्चे नूं सतगुरां ने ठंडे पानी दे नाल स्नान कराउण वास्ते आख्या। पर चलो माता ने आख्या धन भाग साडे बई तुसीं साडे घर आए हो। माता ने आख्या बई 5-7 दिनों का घड़ा भरिया होया, जे तुसीं आखो तो मैं वो लै आवां। सतगुरां आख्या लै आओ। सतगुरां वो घड़ा मंगाया तो बच्चे का स्नान कराता। बच्चे का स्नान करा के तो फिर भाई वजीर सिंह नूं आख्या भी हुण इन्हां नूं भजन दे दिओ। वो सतगुरु नानक का 4 अखरा भजन, फिर मणे प्रगास की वो भ्रम नास्यो, मंत्र दिओ कोल कान, जिहदे अंदर भी वो भजन जिहड़ा जदों जांदा वे वो फिर रोशनियां हो जांदियां, उत्थे फिर आनंद ही आनंद हो जाता है, दुख दूर हो जाते ने। वो सतगुरु नानक देव सच्चे पातशाह जी का भजन जिहड़ा वो फिर उन्हां माता नूं भी दिता गया तो बच्चे नूं भी दिता गया। सतगुरु उत्थे उस माता नूं धीरज दे के भी बच्चा राजी हो जाएगा, चिंता वाली कोई गल नहीं। आ गए
ਹੁਣ ਉਹ ਸਤਿਗੁਰਾਂ ਦਾ ਬਚਨ ਜਿਹੜਾ ਉਹ ਚਰਨਾਂ ਦੇ ਨਾਲ ਮਸਤਕ ਜਿਹੜਾ ਲੱਗਾ, ਸਤਿਗੁਰ ਤੇ ਚਲੇ ਗਏ ਨੇ, ਪਰ ਉਹ ਜਿਉਂ-ਜਿਉਂ ਸਮਾਂ ਬਦਲਿਆ ਬੱਚੇ ਨੂੰ ਹੋਸ਼ ਆਉਣਾ ਸ਼ੁਰੂ ਹੋ ਗਿਆ। 1 ਦਿਨ 2 ਦਿਨ 3 ਦਿਨ 4 ਦਿਨ ਹਫ਼ਤੇ ਦੇ ਅੰਦਰ ਅੰਦਰ ਉਹ ਬੱਚਾ ਬਿਲਕੁਲ ਕਹਿੰਦੇ ਠੀਕ ਹੋ ਗਿਆ। ਪਤਾ ਹੀ ਨਹੀਂ ਸੀ ਵੀ ਡਬਲ ਨਮੋਨੀਆ ਵਾਲਾ ਬੱਚਾ ਬਚ ਵੀ ਸਕੇਗਾ ਕਿ ਨਹੀਂ। ਪਰ ਗੁਰਚਰਨਾਂ ਦੀ ਮਹਾਨਤਾ ਐਸੀ ਆਈ ਏ ਬਈ ਜਿਨ੍ਹਾਂ ਨੇ ਵੀ ਆਪਣਾ ਮਸਤਕ ਸਤਿਗੁਰ ਦੇ ਚਰਨਾਂ ਦੇ ਨਾਲ ਸਪਰਸ਼ ਕੀਤਾ, ਉਹਨਾਂ ਦੇ ਭਾਗ ਜਾਗ ਗਏ ਨੇ, ਉਹਨਾਂ ਦਾ ਬੇੜਾ ਪਾਰ ਹੋ ਗਿਆ ਇਸ ਭਵਸਾਗਰ ਤੋਂ। ਉਸੇ ਤਰ੍ਹਾਂ ਹੀ ਮਾਤਾ ਦਾ ਉਹ ਜਿਹੜਾ ਬੱਚਾ ਉਹ ਫਿਰ ਆਹਿਸਤਾ ਆਹਿਸਤਾ ਤੰਦਰੁਸਤ ਹੋਣਾ ਸ਼ੁਰੂ ਹੋ ਗਿਆ। ਮਾਤਾ ਹੁਣ ਉਹਦੇ ਪੈਰ ਨਹੀਂ ਥੱਲੇ ਲੱਗਦੇ। ਜਦੋਂ ਵੇਖਿਆ ਵੀ ਬੱਚਾ ਹੁਣ ਤੰਦਰੁਸਤ ਹੋ ਰਿਹਾ ਤੇ ਖੁਸ਼ੀ ਵਿੱਚ ਵੀ ਕਈ ਵਾਰੀ ਅੱਖਾਂ ਦੇ ਭਰ ਜਾਂਦੀਆਂ ਨੇ ਇਨਸਾਨ ਦੀਆਂ, ਕਿਉਂਕਿ ਸੋਚਿਆ ਨਹੀਂ ਹੁੰਦਾ ਵੀ ਆਹ ਕੁਝ ਹੋ ਸਕਦਾ। ਖੁਸ਼ੀ ਦੇ ਵਿੱਚ ਮਾਤਾ ਫਿਰ ਅਥਰੂ ਭਰੇ ਨੇ ਤੇ ਫਿਰ ਪੈਰ ਹੁਣ ਜ਼ਮੀਨ 'ਤੇ ਨਹੀਂ ਲੱਗਣ ਡੇ ਨੇ ਤੇ ਬਾਹਰ ਫਿਰ ਮਸਤਾਨੀ ਹੋ ਕੇ ਸਾਰੇ ਮੁਹੱਲੇ 'ਚ ਫਿਰ ਸਤਿਗੁਰੂ ਪ੍ਰਤਾਪ ਸਿੰਘ ਦੀਆਂ ਵਡਿਆਈਆਂ ਕਰਦੀ ਪਈ ਹੈ। ਕੀ ਕਹਿੰਦੀ ਹੈ? ਉਹ ਜੀ ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਸਤਿਗੁਰ ਯਾਰ ਗਰੀਬਾਂ ਦਾ, ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਸਾਰੇ ਫਿਰ ਬਾਹਰ ਮਸਤਾਨੀ ਬਿਰਤੀ ਵਿੱਚ ਸਾਰਿਆਂ ਨੂੰ ਰੌਲਾ ਪਾ ਪਾ ਕੇ ਦੱਸਿਆ ਬਈ ਨਾਮਧਾਰੀਆਂ ਦੇ ਗੁਰੂ ਨੇ ਆਣ ਕੇ ਮੇਰੇ ਬੱਚੇ ਦਾ ਜੀਵਨ ਦਾਨ ਬਖਸ਼ਿਆ। ਸੋ ਗੁਰਚਰਨਾਂ ਦੀ ਜਿਹੜੀ ਮਹਾਨਤਾ ਹੈ ਉਹ ਬੜੀ ਗੁਰਬਾਣੀ ਦੇ ਵਿੱਚ ਵੀ ਆਈ ਏ, ਇਤਿਹਾਸਾਂ ਦੇ ਵਿੱਚ ਵੀ ਆਈ ਏ। ਸਤਿਗੁਰ ਦੇ ਚਰਨ ਜਦੋਂ ਉਸ ਬੱਚੇ ਨੇ ਨਾਲ ਸਪਰਸ਼ ਕੀਤੇ ਤਾਂ ਫਿਰ ਉਦੋਂ ਹੀ ਬੱਚੇ ਨੇ ਅੱਖਾਂ ਖੋਲ੍ਹਤੀਆਂ ਨੇ। ਉਹਨਾਂ ਸਮਿਆਂ ਦੇ ਵਿੱਚ ਉਦੋਂ ਹੀ ਸਤਿਗੁਰ ਦਾ ਕੌਤਕ ਜਿਹੜਾ ਉਦੋਂ ਵਰਤਣਾ ਸ਼ੁਰੂ ਹੋ ਗਿਆ। ਸੋ ਇਸ ਬਾਬਤ ਬੜੀਆਂ ਹੀ ਗੁਰਬਾਣੀ ਵਿੱਚ ਪ੍ਰਮਾਣ ਨੇ, ਬੜੇ ਇਤਿਹਾਸ ਵਿੱਚ ਵੀ ਬੜੇ ਪ੍ਰਮਾਣ ਨੇ ਵੀ ਜਦੋਂ ਜਦੋਂ ਵੀ ਗੁਰਚਰਨਾਂ ਦੇ ਨਾਲ ਸਿੱਖ ਜਾ ਕੇ ਜੁੜਿਆ ਜਾਂ ਗੁਰਚਰਨਾਂ ਨੂੰ ਆਪਣੇ ਮਨ ਹਿਰਦੇ ਵਿੱਚ ਪਰਸਿਆ, ਉਹਦਾ ਇਸ ਭਵਸਾਗਰ ਤੋਂ ਪਾਰ ਉਤਾਰਾ ਹੋ ਗਿਆ। ਸਤਿਗੁਰ ਦੇ ਚਰਨ ਜਿੱਥੇ ਪਰਸੇ ਗਏ ਨੇ ਉੱਥੇ ਤਾਂ ਪੱਥਰ ਵੀ ਤਰ ਗਏ ਨੇ। ਐਸੇ ਐਸੇ ਇਤਿਹਾਸ ਸਾਹਮਣੇ ਆਏ ਨੇ, ਕਿਉਂਕਿ ਚਰਨਾਂ ਦੇ ਛੋਹ ਨਾਲ ਜਿਹੜੇ ਨੇ ਉਹ ਪੱਥਰ ਵੀ ਤਰਦੇ ਵੇਖੇ ਗਏ ਨੇ ਸੰਸਾਰ ਵਿੱਚ। ਇੱਕ ਦਿਨ ਪੁੱਛਿਆ ਪੱਥਰ ਨੂੰ, ਦੱਸ ਯਾਰਾ ਆਪਣੇ ਹੱਥ ਤੋਂ ਕਿਵੇਂ ਤੂੰ ਹਿੱਲ ਗਿਆ, ਜ਼ਬਰਦਸਤ ਕਿਹੜੀ ਤੈਨੂੰ ਨਜ਼ਰ ਪੈ ਗਈ, ਮੋਮ ਵਾਂਗਰਾਂ ਕਿਵੇਂ ਤੂੰ ਢਿੱਲ ਗਿਆ। ਲੱਗਾ ਪੰਜਾ ਕਿਹੜੇ ਮਹਿਬੂਬ ਦਾ ਏ, ਸੋਮਾ ਆਬੇ ਹਯਾਤ ਦਾ ਚੱਲ ਗਿਆ, ਆਉਂਦਾ ਨਦਰ ਨਹੀਂ ਕਿਤੇ ਚੁਫੇਰ ਪਾਣੀ, ਕੌਣ ਸਰਦ ਪਾਣੀ ਕਿੱਥੇ ਘੱਲ ਗਿਆ।
ਕਿਆ ਪੱਥਰ ਨਾਨਕ ਨਿਰੰਕਾਰ ਜੀ, ਚਾਰ ਚੰਨ ਆਨੰਦ ਨੂੰ ਲਾ ਦਿੱਤੇ। ਜਿਨ੍ਹਾਂ ਰੋੜਾਂ ਨੂੰ ਲੋਕ ਸੜਾਉਂਦੇ ਸਨ, ਮੱਥੇ ਉਹਨਾਂ ਦੇ ਤਾਂ ਹੀ ਟਿਕਾ ਦਿੱਤੇ। ਆ ਪੰਜਾ ਸਾਹਿਬ ਵੇਖੋ ਜਾ ਕੇ, ਸਤਿਗੁਰੂ ਨਾਨਕ ਦੇਵ ਦਾ ਜਦੋਂ ਪੰਜਾ ਸਪਰਸ਼ ਕੀਤਾ, ਅੱਜ ਉੱਥੇ ਮੱਥੇ ਟੇਕੇ ਜਾਣਦੇ ਨੇ। ਉਹਨਾਂ ਪੱਥਰਾਂ ਨੂੰ ਪਹਿਲਾਂ ਲੋਕ ਠੁੱਡੇ ਮਾਰ ਮਾਰ ਕੇ ਜਿਹੜੇ ਨੇ ਉਹ ਪਰਾਂ ਕਰਦੇ ਹੁੰਦੇ ਸਨ, ਤੇ ਅੱਜ ਉਹਨਾਂ ਪੱਥਰਾਂ ਨੂੰ ਉੱਥੇ ਮੱਥੇ ਟੇਕੇ ਜਾਣਦੇ ਨੇ, ਪੂਜੇ ਜਾਣਦੇ ਨੇ ਉੱਥੇ। ਸੋ ਸਤਿਗੁਰ ਦੇ ਚਰਨ ਜਿੱਥੇ ਵੀ ਪਏ ਨੇ, ਉੱਥੇ ਮਨੁੱਖ ਦਾ ਤੇ ਕੀ ਗੱਲ ਕਰਨੀ, ਉੱਥੇ ਪੱਥਰ ਵੀ ਤਰਦੇ ਵੇਖੇ ਗਏ ਨੇ। ਆ ਅੰਮ੍ਰਿਤਸਰ ਉਸ ਬੇਰੀ ਨੂੰ ਜਾ ਕੇ ਪੁੱਛੋ ਜਿੱਥੇ ਸਤਿਗੁਰਾਂ ਦੇ ਚਰਨ ਪਏ ਨੇ। ਇੱਕ ਦਿਨ ਪੁੱਛਿਆ ਬੇਰੀ ਨੂੰ, ਦੱਸ ਅੜੀਏ ਤੇਰੇ ਜਈਆਂ ਕਰੋੜਾਂ ਹੀ ਬੇਰੀਆਂ ਨੇ, ਸੜੀਆਂ ਸੁੱਕੀਆਂ ਖਿਜਾਰ ਨੇ, ਪੱਤ ਝਾੜੇ ਖੜੀਆਂ ਜੰਗਲ ਵਿੱਚ ਬਥੇਰੀਆਂ ਨੇ। 12 ਮਾਹ ਤੂੰ ਟਹਿਕਦੀ ਮਹਿਕਦੀ ਏ, ਮਿੱਠੇ ਬੇਰ ਜਿਉਂ ਸਰਦ ਗਨੇਰੀਆਂ ਨੇ। ਤੈਨੂੰ ਟੇਕਦੇ ਨੇ ਲੋਕ ਨਿਉ ਨਿਉ ਮੱਥੇ, ਸਿਫਤਾਂ ਦੱਸ ਕਿਉਂ ਵੱਧ ਕੇ ਤੇਰੀਆਂ ਨੇ। ਉੱਥੇ ਜਾ ਜਾ ਕੇ ਲੋਕ ਮੱਥੇ ਟੇਕਦੇ ਨੇ। ਤਾਂ ਬੇਰੀ ਨੇ ਕਿਹਾ, ਨਾਨਕ ਦੀ ਸਿਫਤ ਹੈ ਇਹ, ਸੀਸ ਰੰਕਾਂ ਦੇ ਸ਼ਕਰ ਚੁਲਾ ਦੇਣੇ। ਪੱਥਰ ਤਾਂ ਹੀ ਆਨੰਦ ਕਰ ਮੋਮ ਦੇਣਾ, ਤੇ ਕਿਤੇ ਤੁਮੇ ਤਰਬੂਜ ਬਣਾ ਦੇਣੇ। ਇਹ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਖੇਡ। ਜਿੱਥੇ ਵੀ ਚਰਨ ਪਏ ਨੇ ਉੱਥੇ ਪੱਥਰ ਵੀ ਤਰ ਗਏ ਨੇ, ਉਹ ਸਥਾਨ ਵੀ ਤਰ ਗਏ ਨੇ, ਉਹ ਮਨੁੱਖ ਵੀ ਤਰ ਗਿਆ। ਉਹਨਾਂ ਸਥਾਨਾਂ 'ਤੇ ਦੇਖੋ ਗੁਰਦੁਆਰੇ ਬਣੇ ਨੇ ਜਿੱਥੇ ਵੀ ਸਤਿਗੁਰਾਂ ਦੇ ਚਰਨ ਪਏ ਨੇ। ਜਿਹੜੇ ਚਰਨ ਮਨੁੱਖ ਦੇ ਨਾਲ ਜੁੜੇ ਨੇ, ਉਹ ਮਨੁੱਖ ਦਾ ਬੇੜਾ ਪਾਰ ਹੋ ਗਿਆ ਇਸ ਸੰਸਾਰ ਤੋਂ। ਸੋ ਗੁਰੂ ਦੀ ਚਰਨਾਂ ਦੀ ਮਹਾਨਤਾ ਬੜੀ ਆਈ ਏ, ਗੁਰੂਆਂ ਦੇ ਦਰਸ਼ਨ ਦੀ ਵੀ ਮਹਾਨਤਾ ਬੜੀ ਆਈ ਏ। ਜਿਨ੍ਹਾਂ ਨੇ ਵੀ ਜਿਹੜੇ ਗੁਰਮੁਖ ਪਿਆਰੇ ਇੱਥੋਂ ਤੱਕ ਪਹੁੰਚ ਗਏ ਨੇ, ਉਹਨਾਂ ਦੀਆਂ ਫਿਰ ਕਥਾਵਾਂ ਜਿਹੜੀਆਂ ਨੇ ਉਹ ਅਮਰ ਹੋ ਗਈਆਂ ਨੇ। ਕਿਉਂਕਿ ਜਦੋਂ ਜਦੋਂ ਵੀ ਸਤਿਗੁਰੂ ਨਾਲ ਉਹਨਾਂ ਦੀਆਂ ਕਥਾਵਾਂ, ਸਤਿਗੁਰੂ ਦੀਆਂ ਕਥਾਵਾਂ ਗਾਈਆਂ ਜਾਣਗੀਆਂ, ਅਤੇ ਉਹਨਾਂ ਦੀਆਂ ਨਾਲ ਵੀ ਕਥਾਵਾਂ ਗਾਈਆਂ ਜਾਣਗੀਆਂ ਜਿਹੜੇ ਗੁਰਚਰਨਾਂ ਦੇ ਨਾਲ ਜੁੜੇ ਨੇ। ਇਸੇ ਬਾਬਤ ਅੱਜ ਟੇਕ ਲੈ ਕੇ ਚੱਲੇ ਸਾਂ ਅਸੀਂ, ਬਈ ਸਤਿਗੁਰ ਦੇ ਚਰਨਾਂ ਦੀ ਬੜੀ ਮਹਾਨਤਾ ਆਈ ਹੈ ਗੁਰਬਾਣੀ ਦੇ ਵਿੱਚ। ਜਿਹੜਾ ਵੀ ਮਨੁੱਖ ਚਰਨਾਂ ਦੇ ਨਾਲ ਜੁੜਿਆ, ਉਹ ਇਸ ਸੰਸਾਰ ਤੋਂ ਫਿਰ ਉੱਚਾ ਤੇ ਸੁੱਚਾ ਹੋ ਗਿਆ, ਵੱਖਰਾ ਹੋ ਗਿਆ। ਉਹਦਾ ਜੀਵਨ ਜਿਹੜਾ ਉਹ ਫਿਰ ਸਭ ਤੋਂ ਵੱਖਰਾ ਵੇਖਣ 'ਚ ਆਇਆ। ਤੇ ਜਿਹੜੇ ਵੱਖਰੇ ਹੁੰਦੇ ਨੇ ਉਹ ਵਿਰਲੇ ਹੀ ਹੁੰਦੇ ਨੇ। ਵਿਰਲਿਆਂ ਦੀ ਫਿਰ ਕਦਰ ਬੜੀ ਹੁੰਦੀ ਏ, ਕਿਉਂਕਿ ਥੋੜ੍ਹੇ ਹੁੰਦੇ ਨੇ ਨਾ। ਤੋ ਸਤਿਗੁਰੂ ਆਂਦੇ ਨੇ ਵੀ ਗੁਰਚਰਨਾਂ ਦੇ ਨਾਲ ਜੁੜ ਕੇ ਤੇ ਆਪਣਾ ਜੀਵਨ ਜਿਹੜਾ ਉਹ ਸਫਲ ਕਰ ਲਾ ਤੂੰ। ਸਤਿਗੁਰੂ ਅਰਜਨ ਦੇਵ ਜੀ ਦਾ ਉਹ ਸ਼ਬਦ, ਇਸੇ ਕਰਕੇ ਅਸੀਂ ਟੇਕ ਲੈ ਕੇ ਚੱਲੇ ਸਾਂ। ਆਓ ਬਲਿਹਾਰੀ ਸਤਿਗੁਰ ਚਰਨਾ, 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 ਆਓ ਬਲਿਹਾਰੀ ਆਓ ਬਲਿਹਾਰੀ ਸਤਿਗੁਰ ਚਰਨਾ, 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 ਆਓ
ਸੋ ਗੁਰੂ ਚਰਨਾਂ ਦੀ ਮਹਾਨਤਾ ਦੀ ਇੰਨੀਆਂ ਕਿ ਅਰਜ਼ ਬੇਨਤੀਆਂ ਆਪ ਜੀ ਦੇ ਅੱਗੇ ਕਰਦਾ ਹੋਇਆ ਦਾਸ ਇਹ ਹੀ ਖਿਮਾ ਦਾ ਜਾਚਕ ਇੱਕ ਵਾਰੀ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ। ਸਤਿ ਸ੍ਰੀ ਅਕਾਲ। ਭਜਨ ਚੱਕੋ ਮਣਿਪਾਲ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਾਹਿਬ ਪਾਤਸ਼ਾਹੀ 12ਵੀਂ। ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਏ ਘਰ ਨਾਉਣੀ ਦਾਵਾ ਧਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਥਾਈ ਹੋਏ ਸਹਾਇ। ਸ੍ਰੀ ਗੁਰੂ ਬਾਲਕ ਸਿੰਘ ਸਿਮਰੀਏ ਜਿਨ੍ਹਾਂ ਧਰਮ ਦਾ ਮਾਰਗ ਦਿਆ ਬਤਾਏ। ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਜਿਨ੍ਹਾਂ ਜਮ ਤੋਂ ਲਿਆ ਛਡਾਏ। ਜੋਤ ਕਾ ਜਾਮਾ ਸਤਿਗੁਰੂ ਹਰੀ ਸਿੰਘ ਸਿਮਰੀਏ ਟੁੱਟੀ ਸਿੱਖੀ ਲਈ ਮਲਾਏ। ਧੰਨ ਧੰਨ ਸਤਿਗੁਰੂ ਪ੍ਰਤਾਪ ਸਿੰਘ ਵੱਡੇ ਪ੍ਰਤਾਪ ਵਾਲੇ ਸਿਮਰੀਏ ਜਿਨ੍ਹਾਂ ਕਲਯੁਗ ਵਿੱਚ ਸੁੱਚ ਸੋਧ ਨਾਮ ਬਾਣੀ ਦਾ ਪ੍ਰਵਾਹ ਦਿਆ ਚਲਾਏ। ਮਿਹਰਬਾਨ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਏ ਜਨਮ ਮਰਨ ਦੁਖ ਜਾਏ। ਪਹਿਰੇ ਦੇ ਮਾਲਕ ਹਾਜ਼ਰਾ ਹਜ਼ੂਰ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ ਸਭ ਥਾਈ ਹੋ ਜੀ ਸਹਾਇ। ਗੁਰੂ ਜੀ ਕੇ 4 ਸਾਹਿਬਜ਼ਾਦੇ 5 ਪਿਆਰੇ 40 ਮੁਕਤੇ 80 ਸ਼ਹੀਦ। ਬੇਅੰਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਆਪ ਜੀ ਦਾ ਨਾਮ ਚਿੱਤ ਆਵੇ। ਸਤਿਗੁਰੂ ਜੀ ਅਸੀਂ ਸਦਾ ਹੀ ਭੁੱਲਣਹਾਰ ਜੀਵ ਹਾਂ। ਬਖਸ਼ਣ ਦਾ ਪਿਤਾ ਦਰੋ ਕਰੋ ਸਾਨੂੰ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ੋ। ਨਾਮਦਾਨ ਸਨਾਨ ਅੰਮ੍ਰਿਤ ਵੇਲੇ ਦਾ ਜਾਗਣਾ ਸਣੇ ਕਿਸੇ ਸਨਾਨ ਕਰਨ ਦਾ ਬਲ ਬਖਸ਼ੋ। ਸਾਧ ਦਾ ਸੰਗ ਨਾਮ ਦਾ ਰੰਗ ਭਜਨ ਬਾਣੀ ਦਾ ਪ੍ਰਤਾਪ ਬਖਸ਼ੋ। ਦੁੱਖਾਂ ਕਲੇਸ਼ਾਂ ਮਾਹ ਮਲੇਸ਼ਾਂ ਤੋਂ ਸਦਾ ਵਾਸਤੇ ਆਪਣਾ ਮਿਹਰ ਪ੍ਰਿਆਦ ਦੇ ਕੇ ਰੱਖ ਲਓ ਬਖਸ਼ ਲਓ। ਆਪਣੀ ਚਰਨੀ ਲਾਈ ਰੱਖੋ ਸੱਚੇ ਪਾਤਸ਼ਾਹ। ਆਪ ਦੇ ਚਰਨਾਂ 'ਚ ਅਰਦਾਸ ਹੈ ਸਾਡਾ ਧਰਮ ਤੇ ਕਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸਤਿਗੁਰੂ ਜਗਜੀਤ ਸਿੰਘ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਇਕੱਤਰ ਹੋ ਕੇ ਆਪ ਜੀ ਦੇ ਹੁਕਮ ਅਨੁਸਾਰ ਆਪ ਜੀ ਦੇ ਪੁੱਤਰ ਪਾਵਨ ਨਾਮ ਦਾ ਸਿਮਰਨ ਕੀਤਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਕਿਰਪਾ ਕਰੋ। ਦਰ 'ਤੇ ਪ੍ਰਵਾਨ ਕਰੋ। ਚੰਦਗੜੀਆਂ ਆਪਣੀ ਦਰਗਾਹ 'ਚ ਮਨਜ਼ੂਰ ਕਰੋ। ਕਿਰਪਾ ਕਰੋ ਸਾਰਿਆਂ ਨੂੰ ਆਪ ਜੀ ਦੇ ਸਰਗੁਣ ਸਰੂਪ ਦਾ ਦੇਖ ਕਰਕੇ ਦਰਸ਼ਨ ਹੋਵੇ। ਦਰਸ਼ਨਾਂ ਦੀ ਦਾਤ ਬਖਸ਼ੋ। ਇਸੇ ਸਮੇਂ ਅੰਦਰ ਸੱਚੇ ਪਾਤਸ਼ਾਹ ਪਿਛਲੇ ਪੈਰ ਦੇ ਦੀਵਾਨ ਸੱਜੇ ਨੇ। ਇਤਿਹਾਸ ਪੜ੍ਹਿਆ ਗਿਆ, ਪੜ੍ਹਿਆ ਸੁਣਿਆ ਸਾਡੇ ਮਨ ਹਿਰਦੇ ਵਿੱਚ ਵਸੇ। ਪੜ੍ਹਿਆ ਸੁਣਿਆ ਸਾਡੇ ਮਨ ਹਿਰਦੇ ਵਿੱਚ ਉਸੇ ਸੱਚੇ ਪਾਤਸ਼ਾਹ ਸ਼ੁੱਧ ਅਤੇ ਸਪਸ਼ਟ ਆਪਣੇ ਦਰ 'ਤੇ ਪ੍ਰਵਾਨ ਕਰੋ। ਅੱਗੇ ਤੋਂ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਦਾ ਬਲ ਬਖਸ਼ੋ ਸੱਚੇ ਪਾਤਸ਼ਾਹ। ਸਤਿਗੁਰੂ ਰਾਮ ਸਿੰਘ ਸਤਿਗੁਰੂ ਜਗਜੀਤ ਸਿੰਘ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਅੱਜ ਦਾ ਮੇਲਾ ਅੱਜ ਆਪ ਜੀ ਦੀ ਪਿਆਰੀ ਸਾਧ ਸੰਗਤ ਦੇ ਵੱਲੋਂ ਹੋਇਆ। ਸੱਚੇ ਪਾਤਸ਼ਾਹ ਕਿਰਪਾ ਕਰੋ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਇਸ ਮੇਲੇ ਵਿੱਚ ਤਨ ਮਨ ਧਨ ਕਰਕੇ ਹਿੱਸਾ ਪਾਇਆ ਉਹਨਾਂ ਸਾਰਿਆਂ ਦੇ ਕਾਰਜ ਰਾਸ ਹੋਣ ਆਪ ਜੀ ਦੀ ਕਿਰਪਾ ਦੇ ਨਾਲ। ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਦੇ ਕੇ ਸੱਚੇ ਪਾਤਸ਼ਾਹ ਨਾਮ ਦਾਨ ਸਨਾਨ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ ਸੱਚੇ ਪਾਤਸ਼ਾਹ। ਸਣੇ ਕੈਸੀ ਸਨਾਨ ਕਰਨ ਦਾ ਬਲ ਬਖਸ਼ੋ। ਸਾਧ ਦਾ ਸੰਗ ਨਾਮ ਦਾ ਰੰਗ ਭਜਨ ਬਾਣੀ ਦਾ ਪ੍ਰਤਾਪ ਬਖਸ਼ੋ ਸੱਚੇ ਪਾਤਸ਼ਾਹ। ਸਾਰਿਆਂ ਦਾ ਕਦਮ ਕਦਮ ਇੱਥੇ ਆਇਆਂ ਦਾ ਲੇਖੇ ਲਾਓ। ਆਪਣੀ ਚਰਨੀ ਲਾਈ ਰੱਖੋ ਸੱਚੇ ਪਾਤਸ਼ਾਹ। ਕਿਰਪਾ ਕਰੋ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ। ਨਿਤਨੀਆਂ ਖੁਸ਼ੀਆਂ ਦੇ ਭੰਡਾਰੇ ਬਖਸ਼ੋ। ਮਨ ਦੇ ਕਾਰਜ ਰਾਸ ਹੋਣ ਆਪ ਜੀ ਦੀ ਕਿਰਪਾ ਦੇ ਨਾਲ। ਸਦਾ ਵਾਸਤੇ ਆਪ ਜੀ ਦੇ ਇਸੇ ਤਰ੍ਹਾਂ ਮੇਲੇ ਹੁੰਦੇ ਰਹਿਣ। ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਆਪ ਜੀ ਦੇ ਦਿੱਤੇ ਹੋਏ ਪਦਾਰਥਾਂ ਵਿੱਚੋਂ ਮਿਸ਼ਟਾਨ ਪ੍ਰਸ਼ਾਦ ਹਾਜ਼ਰ ਹੈ। ਆਪ ਜੀ ਨੂੰ ਰਸਨੀ ਲਾਇਕ ਹੋਏ। ਰਸਨੀ ਲਾਇਕ ਹੋਇਆ ਪ੍ਰਸ਼ਾਦ ਆਪ ਜੀ ਦੀ ਸਾਧ ਸੰਗਤ ਕੋ ਵਰਤੇ ਜੋ ਜੀ ਛਕੇ ਸੋ ਆਪ ਜੀ ਕਾ ਨਾਮ ਜਪੇ। ਟੁੱਟ ਭੰਡਾਰੇ ਵਰਤਨ ਨਾਮ ਸ੍ਰੀ ਨਾਮ ਸਾਰੀ ਰੱਖ ਲੈ ਬਖਸ਼ ਲੈ ਦੇ ਕਰਕੇ ਦਰਸ਼ਨ ਦਿਓ। ਦੇਹੋ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ। ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ।